दुनिया भर में अमृतसर टाइम ਨਾਲ जुड़े हुए समूह दर्शकों ਨੂੰ मेरे ਵੱਲੋਂ सत श्री अकाल। पिछले कुछ दिनों तो पंजाब ਦੇ ਵਿੱਚ ਜ਼ਹਿਰੀਲੀ ਸ਼ਰਾਬ ਦਾ ਮੁੱਦਾ ਬੜਾ ਗਰਮਾਇਆ ਹੋਇਆ ਹੈ। ਜ਼ਹਿਰੀਲੀ ਸ਼ਰਾਬ ਦੇ ਨਾਲ ਪੰਜਾਬ ਦੇ ਵਿੱਚ ਸੈਂਕੜੇ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਲਗਾਤਾਰ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਦੇ ਮਾਮਲੇ ਸਾਹਮਣੇ ਆ ਰਹੇ ਨੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਾਰੇ ਮਾਮਲੇ ਦੀ ਮੈਜਿਸਟਰੇਟ ਜਾਂਚ ਦੇ ਹੁਕਮ ਦਿੱਤੇ ਆ, पर विरोधी धिरां दा यह कहना है कि ये सारा जिहड़ा मामला है, जिहड़ी ट्रैजेडी वापरी आ, इस दे पिछे कांग्रेस दे कुछ उच्च आगुआं दे हत्थ ने ते मैजिस्ट्रेट जांच आ ओह निरपक्ष फैसला इस मामले च नहीं कर सकदी। इसलिए इस मामले की जांच जां तां CBI तो करवाई जावे ते जां फिर हाई कोर्ट दे मौजूदा किसी जज तो इस मामले की जांच करवाई जावे। ते पंजाब दी सियासत इस समय पूरी तरह गरमाई हुई आ। कांग्रेस दे विचों भी कुछ MP ਅਤੇ ਕੁਝ ਹੋਰ ਆਗੂ ਵੀ ਇਹ ਆਵਾਜ਼ ਚੁੱਕ ਰਹੇ ਨੇ ਕਿ ਕੁਝ ਸਿਆਸਤੀ ਬੰਦੇ ਜਿਹੜੇ ਕਿ ਸਰਕਾਰ ਦੇ ਵਿੱਚ ਉੱਚ ਅਹੁਦਿਆਂ ਤੇ ਨੇ, ਉਹਨਾਂ ਦੀ ਸ਼ਹਿ ਦੇ ਉੱਤੇ ਇਹ ਸਾਰਾ ਜਿਹੜਾ ਗੋਰਖ ਧੰਦਾ ਆ ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਦਾ ਉਹ ਚੱਲ ਰਿਹਾ ਹੈ। ਇਹ ਸਾਰਾ ਕੁਝ ਪਾਸੇ ਇਲਜ਼ਾਮ ਨੇ, ਕੁਝ ਪਾਸੇ ਸਫਾਈਆਂ ਨੇ, ਪਰ ਪੰਜਾਬ ਮਰ ਰਿਹਾ ਆ ਤੇ ਬੜੀ ਬਦਨਾਮੀ ਦੀ ਮੌਤ ਪੰਜਾਬ ਇਸ ਸਮੇਂ ਮਰ ਰਿਹਾ ਹੈ ਕਿ ਜਿਹੜੀ ਇਹ ਧਰਤੀ ਗੁਰੂਆਂ ਪੀਰਾਂ ਦੇ ਨਾਂ ਤੇ ਜਾਣੀ ਜਾਂਦੀ ਸੀ, ਜਿਹਦੇ ਬਾਰੇ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਸੀ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਅੱਜ ਉਸ ਪੰਜਾਬ ਦੇ ਵਿੱਚ ਸ਼ਰਾਬ ਦੇ ਨਾਲ ਲੋਕ ਮਰ ਰਹੇ ਨੇ। ਅਸੀਂ ਕਦੇ ਸੁਣਦੇ ਸੀ UP ਦੇ ਵਿੱਚ ਇਸ ਤਰ੍ਹਾਂ ਲੋਕ ਮਰ ਰਹੇ ਨੇ ਜਾਂ ਗੁਜਰਾਤ ਦੇ ਵਿੱਚ ਮਰਦੇ ਨੇ ਜਾਂ ਕੁਝ ਹੋਰ ਸੂਬਿਆਂ ਦੇ ਵਿੱਚ ਮਰਦੇ ਨੇ, ਤੇ ਹੁਣ ਪੰਜਾਬ ਦੇ ਵਿੱਚ ਵੀ ਇਹ ਵੱਡੀ ਤਰਾਸਦੀ ਵਾਪਰੀ ਹੈ। ਤਾਂ ਇਹ ਸਾਰਾ ਮਸਲਾ ਕੀ ਹੈ, ਅਸੀਂ ਇਸ ਮਸਲੇ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਅੱਜ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ हल्का भुलथ तो कांग्रेस के हल्का इंचार्ज ने सरदार रणजीत सिंह राणा जी। रणजीत सिंह राणा जी ने पिछले दिनी अपनी पार्टी के ही जिहड़े राणा गुरजीत सिंह पहला वो पंजाब दे विच मंत्री भी रहे ने, पर उन्हां तो मंत्री उहदा वापस ले लिया गया सी, जिहड़ा माइनिंग का इशू होया सी उस दे चलदिआं। ते हुण रणजीत सिंह राणा का यह कहना है कि ਜਿਹੜਾ ਇਹ ਸਾਰਾ ਇਹ ਤਰਾਸਦੀ ਪੰਜਾਬ ਦੇ ਵਿੱਚ ਵਾਪਰੀ ਆ ਸ਼ਰਾਬ ਦੇ ਨਾਲ ਸੰਬੰਧਿਤ, ਇਸ ਦੇ ਪਿੱਛੇ ਵੀ ਰਾਣਾ ਗੁਰਜੀਤ ਸਿੰਘ ਦਾ ਹੱਥ ਹੈ। ਜਿੱਥੇ ਵਿਰੋਧੀ ਧਿਰਾਂ ਇਲਜ਼ਾਮ ਲਾ ਰਹੀਆਂ ਨੇ ਕਿ ਕਾਂਗਰਸ ਦੇ ਕੁਝ ਉੱਚ ਆਗੂ ਨੇ ਉਹਨਾਂ ਦਾ ਇਹ ਸਾਰੀ ਤਰਾਸਦੀ ਦੇ ਪਿੱਛੇ ਸਿੱਧਾ ਹੱਥ ਹੈ, ਉੱਥੇ ਕਾਂਗਰਸ ਦੇ ਹਲਕਾ ਇੰਚਾਰਜ ਵੱਲੋਂ ਇਹ ਗੱਲ ਕਹਿਣੀ ਆਪਣੇ ਆਪ ਦੇ ਵੀ ਵੱਡੇ ਮਾਇਨੇ ਰੱਖਦੀ ਆ। ਤੇ ਅੱਜ ਅਸੀਂ ਉਹਨਾਂ ਦੇ ਨਾਲ ਇਹ ਗੱਲ ਕਰਾਂਗੇ ਕਿ ਉਹਨਾਂ ਕੋਲ ਕਿਹੜੇ ਉਹ ਤੱਥ ਨੇ, ਕਿਹੜੇ ਉਹ ਸਬੂਤ ਨੇ ਜਿਨ੍ਹਾਂ ਦੇ ਆਧਾਰ ਤੇ ਉਹ ਰਾਣਾ ਗੁਰਜੀਤ ਸਿੰਘ ਦੇ ਉੱਤੇ ਇਹ ਦੋਸ਼ ਲਾ ਰਹੇ ਨੇ। ਤੇ ਮੈਂ ਸਭ ਤੋਂ ਪਹਿਲਾਂ रणजीत सिंह राणा जी ਨੂੰ ਆਪਣੇ ਸਟੂਡੀਓ ਦੇ ਵਿੱਚ ਜੀ ਆਇਆਂ ਨੂੰ ਕਹਿਣਾ, ਆਪਣੇ ਚੈਨਲ ਤੇ ਜੀ ਆਇਆਂ ਨੂੰ ਕਹਿਣਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਡੇ ਬਿਆਨ ਸਾਡੇ ਕੋਲ ਪਹੁੰਚੇ ਸੀ, ਤੁਸੀਂ ਪਿਛਲੇ ਦਿਨੀ ਇਹ ਬਿਆਨ ਦਿੱਤਾ ਹੈ ਕਿ ਜਿਹੜਾ ਰਾਣਾ ਗੁਰਜੀਤ ਸਿੰਘ ਦਾ ਸਿੱਧਾ ਹੱਥ ਹੈ ਜਿਹੜੀ ਇਹ ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ ਮੌਤਾਂ ਹੋਈਆਂ ਨੇ, ਤਰਾਸਦੀ ਵਾਪਰੀ ਆ। ਤੇ ਤੁਹਾਡੇ ਕੋਲ ਕਿਹੜੇ ਤੱਥ ਨੇ, ਕਿਹੜੀਆਂ ਇਹੋ ਜਿਹੇ ਸਬੂਤ ਨੇ ਜਾਂ ਗੱਲਾਂ ਨੇ ਜਿਨ੍ਹਾਂ ਦੇ ਆਧਾਰ ਤੇ ਤੁਸੀਂ अपनी ही पार्टी दे एक उच्च आगू दे उत्ते इन्ने गंभीर दोष ला रहे हो? देखो जी, ये गल है सारे जग नूं पता है कि राणे गुरजीत सिंह दी जिहड़ी फैक्ट्री है वो तरन तारण है, ते तरन तारण च सारे बंदे मरे आ, दूजे जिलियां च थोड़े मरे आ, ज़्यादा तरन तारण च मरे आ। उहदे च सारा जिद्दां इस UP च मरदे आ, गुजरात च मरदे आ, उसे पैटर्न ते ही इत्थे मरे आ। ये जिहड़ी जिन्नी जहरीली जिहड़ी है कैमिकल है तो सारा राणा गुरजीत सिंह जी सारा वेच रहे आ, इन्हां दी फैक्ट्री दा। दूजी गल, इन्हां सैनिटाइजर दी आड़ दे विच स्प्रे कीती है, ਉਹਦੇ ਚ ਜਿਹੜੇ ਇਹਨਾਂ ਦੇ ਟਰਾਲੇ ਸੀ ਜੀ ਉਹਨਾਂ ਚ ਮਗਰ ਇਹਨਾਂ ਨੇ ਪੰਪ ਲਾ ਲਿਆ ਤੇ ਇੱਕ ਟੈਂਕੀ ਦਾ ਜਿਹੜਾ ਇੱਕ ਹਿੱਸਾ ਥੋੜਾ ਜਿਹਾ ਉਹ ਸੈਨੀਟਾਈਜ਼ਰ ਪਾ ਲਿਆ ਤੇ ਪਾਣੀ ਪਾ ਲਿਆ, ਉਹ ਸਪਰੇ ਕਰਕੇ ਦੂਰ ਤੱਕ ਪਟਿਆਲੇ ਤੱਕ ਹਰ ਥਾਂ ਇਹ ਟੈਂਕਰ ਜਿਹੜੇ ਇਹਨਾਂ ਘਮਾਏ ਤੇ ਜਿਹੜੇ ਉਹਦੇ ਚ ਟੈਂਕਰਾਂ ਦੇ ਵਿੱਚ ਜਿਹੜੀ ਇਹਨੇ ਲਿਕਰ ਜਾਂ ਹੋਰ ਕੈਮੀਕਲ ਜਿੰਨਾ ਇਹ ਸਾਰਾ ਲੋਕਾਂ ਚ ਵੰਡਿਆ। ਇਹ ਸਾਡੇ ਹਲਕੇ ਦੇ ਵਿੱਚ ਵੀ ਸਾਡਾ ਇੱਕ ਪਿੰਡ ਹੈ ਮਡੇਰ ਬੇਟ, ਉਹਦੇ ਪਿੰਡ ਦੇ ਵਿੱਚ ਵੀ ਇਹਨਾਂ ਨੇ ਟੈਂਕਰ 'ਚ ਇਹਨਾਂ ਨੇ ਲਿਫਾਫਿਆਂ 'ਚ 5-5 ਲੀਟਰ ਦੇ ਲਿਫਾਫਿਆਂ 'ਚ ਇਹ ਸ਼ਰਾਬ ਜਿਹੜੀ ਪਾ ਕੇ ਸਾਡੇ ਹਲਕੇ 'ਚ ਵੀ ਹੈ। ਤੇ ਹੁਣ ਕੱਲ ਹੀ ਸਾਡੇ ਪਿੰਡ ਦੇ ਨਾਲ ਹੀ ਕਮਰਾਵਾਂ ਪਿੰਡ ਆ, ਉੱਥੇ ਵੀ ਇੱਕ ਮੁੰਡਾ ਪ੍ਰੀਤਮ ਸਿੰਘ ਜੀ ਦੀ ਉਹ ਵੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋ ਗਈ ਹੈ। ਦੂਜੀ ਗੱਲ ਹੈ ਕਿ ਜਿਹੜੀ ਰਾਣਾ ਗੁਰਜੀਤ ਸਿੰਘ ਹੈ ਇਹ ਤਾਕਤਵਰ ਹੈ ਅਫਸਰ, ਇਹ ਖੁਦ ਆਪਣੇ ਆਪ ਲਵਾਉਂਦਾ ਤੇ ਉਹ ਜਿਹੜਿਆਂ ਦੀ ਡੈਥ ਹੁੰਦੀ ਉਹਨੂੰ ਜਾ ਕੇ ਡਰਾ ਦਿੰਦੇ ਆ ਕਿ ਤੁਹਾਡੇ ਤੇ ਕਾਰਵਾਈ ਪਰਿਵਾਰ ਤੇ ਹੋਏਗੀ, ਤੇ ਉਹਨਾਂ ਨੂੰ ਜਿਹੜਾ ਸੰਸਕਾਰ ਵੀ ਹੈ ਉਹ ਪੋਸਟਮਾਰਟਮ ਤੋਂ ਬਗੈਰ ਹੀ ਕਰਾ ਦਿੰਦੇ ਆ। ਇਹ ਨਹੀਂ, ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਜਿਹੜਾ
ਜਦੋਂ ਕਰੋਨਾ ਵਾਇਰਸ ਇੱਕ ਪਾਸੇ ਮਹਾਮਾਰੀ ਫੈਲ ਗਿਆ ਤੇ ਉੱਥੇ ਰਾਣਾ ਗੁਰਜੀਤ ਸਿੰਘ ਨੂੰ ਬੜਾ ਵੱਡਾ ਉਹਨਾਂ ਨੇ ਆਪਣੀ ਮਸ਼ਹੂਰੀ ਕੀਤੀ ਕਿ ਮੈਂ ਸਾਰੇ ਪੰਜਾਬ ਨੂੰ ਸੈਨੀਟਾਈਜ਼ ਕਰ ਰਿਹਾ ਆਪਣੀ ਡਿਸਟਿਲਰੀ ਦੇ ਵਿੱਚੋਂ, ਕਿ ਮੈਂ ਸ਼ਰਾਬ ਬਣਾਉਣੀ ਬੰਦ ਕਰਤੀ ਆ, ਮੈਂ ਸੈਨੀਟਾਈਜ਼ਰ ਬਣਾ ਰਿਹਾ। ਤੇ ਤੁਸੀਂ ਦੋਸ਼ ਲਾ ਰਹੇ ਹੋ ਕਿ ਉਹ ਮਤਲਬ ਸੈਨੀਟਾਈਜ਼ਰ ਦੀ ਆੜ ਦੇ ਵਿੱਚ ਇਹ ਜ਼ਹਿਰ ਪੰਜਾਬ 'ਚ ਵੰਡਿਆ ਗਿਆ, ਤੇ ਇਹਦੇ ਕੋਈ ਸਬੂਤ ਵੀ ਨੇ ਤੁਹਾਡੇ ਕੋਲ, ਜਾਂ ਇਹ ਸਿਰਫ ਇਹ ਆ ਕਿ ਪਾਰਟੀ ਦੇ ਵਿੱਚ ਵੀ ਇੱਕ ਜਿਹੜੀ ਦੌੜ ਚੱਲਦੀ ਆ ਟਿਕਟ ਲੈਣ ਦੀ ਜਾਂ ਮਤਲਬ ਉਹ ਯੋਧਿਆਂ ਤੱਕ ਪਹੁੰਚਣ ਦੀ, ਇਹ ਸਿਰਫ ਉਹਦੇ ਨਾਲ ਜੁੜੀ ਹੋਈ ਗੱਲ ਆ, ਜਾਂ ਤੁਸੀਂ ਸਬੂਤਾਂ ਦੇ ਆਧਾਰ ਤੇ ਗੱਲ ਕਰ ਰਹੇ? ਮੈਂ ਬਿਲਕੁਲ ਜੀ ਸਬੂਤਾਂ ਦੇ ਆਧਾਰ ਤੇ ਕਰਦਾ। ਜੇ ਰਾਣਾ ਗੁਰਜੀਤ ਸਿੰਘ ਏਡੇ ਵਧੀਆ ਬੰਦੇ ਆ ਤੇ ਇਹ ਮੰਤਰੀ ਬਣੇ ਸੀ, ਮੰਤਰੀ ਤੋਂ ਇਹਨਾਂ ਦਾ ਗਲਤ ਕੰਮ ਕਰਨ ਚ ਰੇਤਾ ਦਾ ਜਿਹੜਾ ਨੇ ਇਹਨਾਂ ਟੈਂਡਰ ਗਲਤ ਤਰੀਕੇ ਦੇ ਨਾਲ ਲਿਆ, ਉਹ ਇਹਨਾਂ ਦਾ ਅਸਤੀਫਾ ਕਿਉਂ ਹੁੰਦਾ ਜੇ ਇੰਨੇ ਵਧੀਆ ਸੀ? ਤੇ ਜੇ ਇੰਨੇ ਸੇਵਾਦਾਰ ਬੰਦੇ ਆ, ਜੇ ਸੈਨੀਟਾਈਜ਼ਰ ਹੀ ਇਹਨਾਂ ਕਰਨਾ ਹੀ, ਤੇ ਨਾਲ ਇਹਨਾਂ ਦੀ ਫੈਕਟਰੀ 'ਚ ਇੰਨੇ ਭਗਤ ਤੇ ਹੈ ਨਹੀਂ, ਨਾ ਇਹ ਸਮਾਜ ਸੁਧਾਰ ਦੇ ਹੈਗੇ ਆ, ਯੂਪੀ ਤੋਂ ਆਏ ਆ, ਇੱਥੇ ਸਿਰਫ ਵਪਾਰ ਕਰਨ ਆਏ ਆ। ਵਪਾਰ ਇਹਨਾਂ ਨੇ ਪਹਿਲਾਂ ਮਿੱਲ ਲਾਈ, ਮਿੱਲ ਦੇ ਵਿੱਚੋਂ ਜਿਹੜਾ ਸੀਰਾ ਨਿਕਲਦਾ ਉਹਦੀ ਵੇਸਟੇਜ ਜਿਹੜੀ ਹੈ ਉਹਦੇ ਤੋਂ ਫਿਰ ਬਣਾਉਣ ਲੱਗ ਪਏ ਸ਼ਰਾਬ। ਸ਼ਰਾਬ ਦਾ ਜਿਹੜਾ ਇਹਨਾਂ ਨੇ ਆਪਣੀ ਫੈਕਟਰੀ ਲਾਈ ਹੈ, ਇਹ ਬੀਬੀ ਜਗੀਰ ਕੌਰ ਨੇ ਲਵਾ ਕੇ ਦਿੱਤੀ ਤੇ ਅਕਾਲੀ ਸਰਕਾਰ ਦੇ ਟਾਈਮ ਤੇ ਇਹਨਾਂ ਦੀ ਫੈਕਟਰੀ ਲੱਗੀ ਹੈ। ਉਦੋਂ ਦਾ ਇਹ ਧੰਦਾ ਚੱਲਦਾ ਹੈ। ਇਹ ਭਾਵੇਂ ਸਰਕਾਰ ਆ ਜਾਏ ਅਕਾਲੀਆਂ ਦੀ, ਭਾਵੇਂ ਕਾਂਗਰਸ ਦੀ ਆ ਜਾਏ, ਇਹਨਾਂ ਦੀ ਇਹ ਫੈਕਟਰੀ ਚੱਲਦੀ ਤੇ ਇਹ ਧੰਦਾ ਇਹਨਾਂ ਦਾ ਜਿਹੜਾ ਬਲੈਕ ਦਾ ਸ਼ਰਾਬ ਬਲੈਕ ਕਰਨੀ, ਲੀਕਰ ਜਿਹੜਾ ਹੋਰ ਕੈਮੀਕਲ ਬਲੈਕ ਕਰਨੀ, ਉਦੋਂ ਦਾ ਹੀ ਇਹ ਕੰਮ ਚੱਲ ਰਿਹਾ। ਤੇ ਮੈਂ ਆਪਣੇ ਦਰਸ਼ਕਾਂ ਦੇ ਨਾਲ ਇਹ ਗੱਲ ਸਾਂਝੀ ਕਰਨੀ ਚਾਹੁੰਦਾ, ਜਿਹੜੀ ਇਹ ਗੱਲ ਕਹਿ ਰਹੇ ਨੇ ਕਿ ਯੂਪੀ ਤੋਂ ਆਏ ਨੇ ਤੇ ਇੱਥੇ ਇੱਕ ਵਪਾਰੀ ਦੇ ਤੌਰ ਤੇ ਸਥਾਪਿਤ ਹੋਏ ਆ। ਰਾਣਾ ਗੁਰਜੀਤ ਸਿੰਘ ਦਾ ਜਿਹੜਾ ਇਤਿਹਾਸ ਆ, ਮੈਂ ਥੋੜਾ ਜਿਹਾ ਉਹ ਵੀ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੁੰਦਾ ਕਿ ਸਾਡੇ ਕੋਲ ਪ੍ਰਾਪਤ ਵੇਰਵਿਆਂ ਦੇ ਮੁਤਾਬਕ ਰਾਣਾ ਗੁਰਜੀਤ ਸਿੰਘ 1987 ਵਿੱਚ ਪਹਿਲੀ ਵਾਰ ਰੋਪੜ ਦੇ ਨੇੜੇ ਕੁਰਾਲੀ ਪੈਂਦਾ ਆ, ਉੱਥੇ ਇੱਕ ਪੇਪਰ ਮਿਲ ਲਾਉਂਦੇ ਆ। ਤੇ ਉਦੋਂ ਜਦੋਂ ਪੰਜਾਬ ਦੇ ਵਿੱਚ ਸੰਘਰਸ਼ ਚੱਲ ਰਿਹਾ ਸੀ ਸਿੱਖ ਹੱਕਾਂ ਨੂੰ ਲੈ ਕੇ, ਤੇ ਸਰਕਾਰ ਵੀ ਜਿਹੜੀ ਆ ਪੂਰੀਆਂ ਨਜਾਇਜ਼ ਤਾਕਤਾਂ ਦੀ ਵਰਤੋਂ ਪੰਜਾਬ 'ਚ ਕਰ ਰਹੀ ਸੀ। ਉਸ ਸਮੇਂ ਜਿਹੜੇ ਮੌਕੇ ਦੇ ਗਵਰਨਰ ਸੀ ਪੰਜਾਬ ਦੇ, ਸਿਧਾਰਥ ਸ਼ੰਕਰ ਰੇ, ਉਹਨਾਂ ਨੇ ਰਾਣਾ ਗੁਰਜੀਤ ਸਿੰਘ ਦੀ ਜਿਹੜੀ ਇਹ ਪੇਪਰ ਮਿਲ ਸੀ ਉਸ ਦਾ ਉਦਘਾਟਨ ਕੀਤਾ ਸੀ। ਤੇ ਉਦੋਂ ਤੋਂ ਹੀ ਅਸੀਂ ਦੇਖ ਸਕਦੇ ਹਾਂ ਕਿ ਬੜੀ ਜਿਹੜੀ ਉੱਪਰ ਤੱਕ ਪਹੁੰਚ ਆ ਰਾਣਾ ਗੁਰਜੀਤ ਸਿੰਘ ਦੀ, ਉਹ ਸਾਡੇ ਸਾਹਮਣੇ ਆਉਂਦੀ ਆ। ਫਿਰ ਉਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਬੇਅੰਤ ਸਿੰਘ ਦੀ, ਜਦੋਂ ਬੇਅੰਤ ਸਿੰਘ ਮੁੱਖ ਮੰਤਰੀ ਬਣੇ ਨੇ, ਤਾਂ ਉਦੋਂ ਤੋਂ ਲੈ ਕੇ ਤੇ ਹੁਣ ਤੱਕ ਰਾਣਾ ਗੁਰਜੀਤ ਸਿੰਘ ਨੂੰ ਪੰਜਾਬ ਦੇ ਵਿੱਚ ਕਾਂਗਰਸ ਦਾ ਖਜ਼ਾਨਾ ਮੰਨਿਆ ਜਾਂਦਾ। ਕਿ ਰਾਣਾ ਗੁਰਜੀਤ ਸਿੰਘ ਖਜ਼ਾਨਾ ਇਸ ਕਰਕੇ ਮੰਨਿਆ ਜਾਂਦਾ ਕਿ ਉਹ ਵੱਡੇ ਪੱਧਰ ਤੇ ਜਿਹੜਾ ਕਾਂਗਰਸ ਦੀਆਂ ਜਦੋਂ ਵੀ ਚੋਣ ਹੁੰਦੀ ਆ, ਉਦੋਂ ਪਾਰਟੀ ਨੂੰ ਵੱਡੇ ਪੱਧਰ ਤੇ ਫੰਡ ਮੁਹੱਈਆ ਕਰਾਉਂਦੇ ਨੇ। ਤੇ ਇਸ ਦੇ ਵਿੱਚ ਅਸੀਂ ਇਹ ਵੀ ਦੇਖ ਸਕਦੇ ਹਾਂ ਕਿ ਜਦੋਂ ਪਹਿਲੀ ਵਾਰ 2002 ਦੇ ਵਿੱਚ ਰਾਣਾ ਗੁਰਜੀਤ ਸਿੰਘ ਨੇ ਕਪੂਰਥਲੇ ਤੋਂ MLA ਦੀ ਚੋਣ ਜਿੱਤੀ ਸੀ, ਉਦੋਂ ਉਹਨਾਂ ਨੇ ਆਪਣੀ ਜਾਇਦਾਦ ਜਿਹੜੀ ਸ਼ੋਅ ਕੀਤੀ ਸੀ ਉਹ 20 ਕਰੋੜ ਰੁਪਏ ਦੀ ਸੀ। ਤੇ ਜਦੋਂ 2017 ਦੇ ਅਸੀਂ ਅੰਕੜਿਆਂ ਤੇ ਨਜ਼ਰ ਮਾਰਦੇ ਹਾਂ ਤਾਂ 2017 ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਵੱਧ ਅਮੀਰ ਉਮੀਦਵਾਰ ਸੀ ਜਿਹੜਾ ਚੋਣ ਲੜਨ ਵਾਲਾ, ਉਹ ਰਾਣਾ ਗੁਰਜੀਤ ਸਿੰਘ ਸੀ, ਜਿਨ੍ਹਾਂ ਦੀ ਕਿ ਕੁੱਲ ਜਾਇਦਾਦ 169.88 ਕਰੋੜ ਰੁਪਏ ਜਿਹੜੀ ਉਹ ਸ਼ੋਅ ਕੀਤੀ ਗਈ ਸੀ। ਤੇ ਇਹ ਜਾਇਦਾਦ 2012 ਦੇ ਵਿੱਚ 68.46 ਕਰੋੜ ਰੁਪਏ ਸੀ। ਤੇ ਅਸੀਂ ਕਹਿ ਸਕਦੇ ਹਾਂ ਕਿ ਲਗਾਤਾਰ ਇਹਨਾਂ ਦੇ ਵਪਾਰ ਦੇ ਵਿੱਚ ਵਾਧਾ ਹੋਇਆ, ਭਾਵੇਂ ਸਰਕਾਰ ਅਕਾਲੀਆਂ ਦੀ ਰਹੀ ਆ, ਭਾਵੇਂ ਉਹ ਸਰਕਾਰ ਕਾਂਗਰਸ ਦੀ ਰਹੀ ਆ। ਤੇ ਕਾਂਗਰਸ ਦੇ ਵਿੱਚ ਰਾਣਾ ਗੁਰਜੀਤ ਸਿੰਘ ਨੂੰ 2017 ਤੋਂ ਬਾਅਦ ਮੰਤਰੀ ਪਦ ਦਾ ਅਹੁਦਾ ਵੀ ਮਿਲਿਆ, ਪਰ ਉਹ ਬਾਅਦ ਵਿੱਚ ਮਾਈਨਿੰਗ ਦਾ ਜਿਹੜਾ ਇਸ਼ੂ ਸੁਖਪਾਲ ਸਿੰਘ ਖਹਿਰਾ ਨੇ ਜਿਵੇਂ ਚੁੱਕਿਆ, ਤੇ ਉਸ ਤੋਂ ਬਾਅਦ ਇਹਨਾਂ ਨੂੰ ਵਜ਼ਾਰਤ ਤੋਂ ਬਾਹਰ ਕੀਤਾ ਗਿਆ। ਤੇ ਰਾਣਾ ਗੁਰਜੀਤ ਸਿੰਘ ਦੇ ਪਰ ਜਿਹੜੇ ਅਸੀਂ ਦੇਖ ਸਕਦੇ ਹਾਂ ਜਿਹੜੇ ਸੰਬੰਧ ਨੇ ਕਾਂਗਰਸ ਦੇ ਵਿੱਚ ਵੀ ਤੇ ਹੋਰ ਪਾਰਟੀਆਂ ਦੀਆਂ ਸਰਕਾਰਾਂ ਦੇ ਵਿੱਚ ਵੀ, ਜਿਵੇਂ ਹੁਣ ਰਣਜੀਤ ਸਿੰਘ ਰਾਣਾ ਦਾ ਸਿੱਧਾ ਹੀ ਦੋਸ਼ ਲਾ ਰਹੇ ਨੇ ਕਿ ਬੀਬੀ ਜਗੀਰ ਕੌਰ ਵੀ ਜਿਹੜੀ ਆ ਇਹਨਾਂ ਦੇ ਵਪਾਰ ਦੇ ਵਿੱਚ ਸਾਥ ਦਿੰਦੀ ਆ। ਤੇ ਉਹ ਇਹਨਾਂ ਦਾ ਵਪਾਰ, ਸਰਕਾਰ ਕੋਈ ਵੀ ਹੋਵੇ, ਇੱਕ ਵਪਾਰੀ ਵਾਂਗ ਵਪਾਰ ਹਮੇਸ਼ਾ ਚੱਲਦਾ ਰਿਹਾ ਤੇ ਲਗਾਤਾਰ ਵਾਧੇ ਦੇ ਉੱਤੇ ਵਪਾਰ ਹੈ। ਪਰ ਹੁਣ ਜਿਹੜਾ ਇਲਜ਼ਾਮ ਇੱਕ ਕਾਂਗਰਸ ਦੇ ਹਲਕਾ ਇੰਚਾਰਜ ਵੱਲੋਂ ਲਾਇਆ ਜਾਣਾ, ਇਹ ਬੜੇ ਵੱਡੇ ਸਵਾਲ ਖੜੇ ਕਰ ਰਿਹਾ ਹੈ, ਕਿਉਂਕਿ ਵਿਰੋਧੀ ਧਿਰਾਂ ਲਗਾਤਾਰ ਮੰਗ ਕਰ ਰਹੀਆਂ ਨੇ ਕਿ CBI ਦੀ ਜਾਂਚ ਕਰਵਾਈ ਜਾਵੇ। ਤੁਸੀਂ ਇਹ ਸਿੱਧਾ ਕਹਿ ਰਹੇ ਹੋ ਕਿ ਰਾਣਾ ਗੁਰਜੀਤ ਸਿੰਘ ਦੀ ਡਿਸਟਿਲਰੀ ਤੋਂ ਇਹ ਜ਼ਹਿਰ ਪੰਜਾਬ ਚ ਕੱਢਿਆ, ਤੇ ਕੈਪਟਨ ਅਮਰਿੰਦਰ ਸਿੰਘ, ਫਿਰ ਤੁਹਾਨੂੰ ਨਹੀਂ ਲੱਗਦਾ ਜਾਂ ਪਾਰਟੀ ਤੁਹਾਡੀ ਗੱਲ ਨਹੀਂ ਸੁਣ ਰਹੀ? ਤੁਹਾਡੇ ਹਲਕਿਆਂ ਦੇ ਨੇੜੇ ਸਾਰਾ ਕੁਝ ਵਾਪਰਿਆ, ਤੁਹਾਡੇ ਹਲਕੇ ਦੇ ਵਿੱਚ ਇੱਕ ਬੰਦਾ ਤੁਸੀਂ ਦੱਸ ਰਹੇ ਹੋ ਕਿ ਉਹ ਮਰ ਗਿਆ ਹੈ, ਤੇ ਫਿਰ ਵੀ ਤੁਹਾਡੀ ਪਾਰਟੀ CBI ਦੀ ਜਾਂਚ ਨਹੀਂ ਕਰਵਾ ਰਹੀ, CBI ਨੂੰ ਜਾਂਚ ਨਹੀਂ ਦੇ ਰਹੀ, ਜਾਂ ਹਾਈ ਕੋਰਟ ਦੇ ਜੱਜ ਕੋਲ ਜਾਂਚ ਨਹੀਂ ਕਰਵਾ ਰਹੀ, ਤਾਂ ਤੁਸੀਂ ਕੀ ਦੇਖਦੇ ਹੋ ਕਿ ਤੁਹਾਡੇ ਵੀ ਹੱਥ ਖੜੇ ਨੇ ਸਰਕਾਰ ਅੱਗੇ, ਜਾਂ ਸਰਕਾਰ ਤੁਹਾਡੀ ਗੱਲ ਸੁਣ ਰਹੀ ਹੈ? ਦੇਖੋ ਜੀ, ਮੈਜਿਸਟ੍ਰੇਟ ਜਾਂਚ ਹੋ ਰਹੀ ਹੈ
ਜੇ ਜਾਂਚ 'ਚ ਇਹ ਬਿਲਕੁਲ ਦੋਸ਼ੀ ਪਾਇਆ ਜਾਏਗਾ, ਜਿੰਨਾ ਮਰਜ਼ੀ ਇਹਨੂੰ ਕੋਈ ਬਚਾ ਲੈ, ਰੇਤਾ ਵਾਲੇ ਕੰਮ 'ਚੋਂ ਨਹੀਂ ਇਹਨੂੰ ਕੋਈ ਬਚਾ ਸਕਿਆ ਤੇ ਇਸ ਕੰਮ 'ਚੋਂ ਨਹੀਂ ਬਚਾ ਸਕਦਾ। ਬਿਲਕੁਲ ਅਸਲੀ ਗੱਲ ਆ, ਕੋਈ ਤੱਥ ਜਿਹੜਾ ਝੂਠ ਨਹੀਂ। ਸਾਡੇ ਹਲਕੇ ਦੇ ਵਿੱਚ ਜਿੰਨੀ ਸ਼ਰਾਬ ਪੀ ਰਹੇ ਆ ਨਜਾਇਜ਼, ਇਹ ਸਿਰਫ ਇਹਨਾਂ ਦੀ ਹੀ, ਇਹਨਾਂ ਦੇ ਮਾਰਕੇ ਦੀ ਚੱਲ ਰਹੀ ਹੈ। ਜਿੰਨੇ ਤਗੜੇ ਪਿੰਡ ਆ ਉੱਥੇ 4-4 5-5 ਪੇਟੀਆਂ ਲੱਗਦੀਆਂ, ਜਿੱਥੇ ਦਰਮਿਆਨੀ ਆਬਾਦੀ ਹੈ ਉੱਥੇ 2 ਤੋਂ 3 ਲੱਗਦੀਆਂ। ਨਿੱਕੇ ਪਿੰਡਾਂ 'ਚ ਵੀ ਜਾਂਦੀ ਹੈ ਸਪਲਾਈ। ਬਿਲਕੁਲ ਜਿੰਨੇ ਸਾਡੇ ਪਿੰਡ ਆ, ਸਪਲਾਈ ਐ ਜਾ ਰਹੀ ਹੈ ਜਿੱਦਾਂ ਸਰਕਾਰ ਕੋਲੋਂ ਆਟਾ ਦਾਲ ਦੀ ਸਕੀਮ ਵਾਲੇ ਆ ਰਿਹਾ। ਇਸ ਕਰਕੇ ਜਿਹੜੀ ਇਹਦਾ ਨੈਟਵਰਕ ਹੈ, ਇਹ ਸਮਝ ਲਓ ਸਾਰੇ ਪੰਜਾਬ 'ਚ ਇਹਨਾਂ ਫਿੱਟ ਕੀਤਾ ਹੋਇਆ। ਸਾਰੇ ਹਲਕਿਆਂ 'ਚ ਇਹਨਾਂ ਨੇ ਬੰਦੇ ਤਿਆਰ ਕੀਤੇ ਹੋਏ ਆ। ਉਹ ਬਲੈਕੀਏ ਆ, ਬਲੈਕ ਕਰਦੇ ਆ। ਇਹਦੀ ਜਿੰਨਾ ਇਹਦੇ ਕੋਲ ਕੰਮ ਆ, ਅਸਲ 'ਚ ਪੰਜਾਬ 'ਚ ਇਹਨਾਂ ਦੇ ਨਾਲ ਇਹਨਾਂ ਨੇ ਬੰਦੇ ਕਿਉਂ ਜੁੜ ਜਾਂਦੇ ਆ, ਸਾਰਿਆਂ ਨੂੰ ਕਹਿ ਦਿੰਦੇ ਕਿ ਮੈਂ ਸ਼ਰਾਬ ਭੇਜਦਾ, ਸ਼ਰਾਬ ਵੇਚੋ, ਨੋਟ ਕਮਾਓ। ਇਸ ਕਰਕੇ ਇਹ ਨੋਟ ਕਮਾ ਰਹੇ ਆ। ਇਹ ਵਪਾਰੀ ਬੰਦੇ ਆ, ਡੀਲਰ ਬੰਦੇ ਆ। ਇਹਨਾਂ ਨੂੰ ਲੋਕਾਂ ਦੇ ਮਰਨ ਨਾਲ ਕੋਈ ਇਹਨਾਂ ਨੂੰ ਹੈਗੀ ਨਹੀਂ ਗੱਲ ਕਿ ਕੋਈ ਮਰੇ ਨਾ ਜੀਵੇ। ਇਹਨਾਂ ਨੂੰ ਸਿਰਫ ਪੈਸੇ ਨਾਲ, ਭਾਵੇਂ ਸਰਕਾਰ ਕਾਂਗਰਸ ਦੀ ਹੋਵੇ ਭਾਵੇਂ ਅਕਾਲੀ ਹੋਵੇ, ਇਹਨਾਂ ਦਾ ਕੰਮ ਇਦਾਂ ਹੀ ਚੱਲਦਾ ਰਹਿਣਾ। ਤੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਿਰਫ ਪੈਸੇ ਕਮਾਉਣਾ ਇੱਕ ਮਕਸਦ ਹੈ, ਇਹ ਵੀ ਗੱਲ ਕਈ ਦੋਸ਼ ਲੱਗ ਰਹੇ ਨੇ ਕਿ ਰਾਣਾ ਗੁਰਜੀਤ ਸਿੰਘ ਆਪਣੇ ਜਿਹੜੇ ਲਿੰਕ ਨੇ ਉਹਨਾਂ ਦੇ ਇਸ ਮਤਲਬ ਜਿਹੜੇ ਤੁਹਾਡੇ ਦੋਸ਼ਾਂ ਦੇ ਮੁਤਾਬਕ ਇਸ ਵਪਾਰ ਦੇ ਵਿੱਚ ਮਦਦ ਕਰਦੇ ਨੇ, ਉਹਨਾਂ ਨੂੰ ਸਿਆਸੀ ਅਹੁਦਿਆਂ ਤੇ ਵੀ ਉਹ ਸਥਾਪਿਤ ਕਰ ਰਹੇ ਨੇ ਕਾਂਗਰਸ ਦੇ ਵਿੱਚ। ਕੀ ਇਹ ਵੀ ਤੁਹਾਡੇ ਹਲਕਿਆਂ ਦੇ ਵਿੱਚ ਇਹ ਦੋਸ਼ ਤੁਸੀਂ ਲਾ ਰਹੇ ਹੋ ਸੱਚੇ ਨੇ? ਹਾਂ, ਮੈਂ ਇੱਕ ਕਹਿੰਦਾ ਜੀ, ਕੱਲ ਵੀਡੀਓ ਜਿਹੜਾ ਚੇਅਰਮੈਨ ਢਿਲਮਾਂ ਦਾ ਚੇਅਰਮੈਨ ਬਣਾਇਆ, ਉਹ ਕਹਿ ਰਿਹਾ ਕਿ ਮੈਂ ਥੋੜੇ ਦਿਨ ਹੀ ਹੋਇਆ ਕਾਂਗਰਸ 'ਚ ਆਇਆ ਤੇ ਰਾਣਾ ਜੀ ਨੇ ਮੈਨੂੰ ਚੇਅਰਮੈਨ ਲਾਤਾ। ਆਪ ਖੁਦ ਆਪਣੀ ਜ਼ਬਾਨੀ ਉਹ ਬੰਦਾ ਕਹਿ ਰਿਹਾ। ਇਹ ਤੇ ਇੱਕ ਜਿਹੜਾ ਹੋਰ ਚੇਅਰਮੈਨ ਲਾਇਆ, ਉਹ ਮੇਰੇ ਕੋਲ ਵੀਡੀਓ ਆਈ ਹੈ ਕਿ ਐਸਡੀਓ ਨੂੰ ਗਾਲਾਂ ਕੱਢ ਰਿਹਾ ਕਿ 4.5 ਲੱਖ ਰੁਪਈਆ ਤੂੰ ਮੈਨੂੰ ਦਿੱਤਾ ਹੈ, ਜਾਂ ਇਹ 10 ਲੱਖ ਪੂਰਾ ਕਰ ਤੇ ਜਾਂ ਫਿਰ ਮੁੰਡਾ ਦੇ ਜਾ ਤੇ ਪੈਸੇ ਆਪਣੇ ਲੈ ਜਾ। ਇਸ ਕਰਕੇ ਇਹਨਾਂ ਦਾ ਨੈਟਵਰਕ ਜਿਹੜਾ ਹਰ ਤਰੀਕੇ ਨਾਲ ਹੈ। ਸ਼ਰਾਬ ਵੀ ਵੇਚਦੇ ਆ ਤੇ ਲੋਕਾਂ ਕੋਲੋਂ ਲੜਾਈ ਝਗੜੇ 'ਚ ਮੋਟੇ ਪੈਸੇ ਵੀ ਲੈਂਦੇ ਆ, ਛੱਡ ਛੜਈਏ 'ਚ ਵੀ ਲੈਂਦੇ ਆ। ਇਹਨਾਂ ਨੇ ਇੱਥੇ ਸਾਡੇ ਹਲਕੇ 'ਚ ਇੰਨਾ ਗੰਦ ਪਾਇਆ ਜਿੰਨਾ ਕਹਿਣ ਦੀ ਗੱਲ ਨਹੀਂ। ਮੈਂ ਕੈਪਟਨ ਸਾਹਿਬ ਨੂੰ ਬੇਨਤੀ ਕਰਦਾ ਤੁਹਾਡੇ ਥਰੂ ਕਿ ਇਹ ਜਿਹੜੇ ਬੰਦੇ ਆ, ਇਹਨਾਂ ਨੇ ਕਾਂਗਰਸ ਦਾ ਪੱਠਾ ਪਾ ਦੇਣਾ ਬਿਲਕੁਲ ਹੀ। ਇਹ ਵਪਾਰੀ ਬੰਦੇ ਆ, ਇਹਨਾਂ ਨੂੰ ਵੋਟਾਂ ਦਾ ਕੋਈ ਮਤਲਬ ਨਹੀਂ। ਇਹਨਾਂ ਨੂੰ ਸਿਰਫ ਪੈਸੇ ਕਮਾਉਣ ਦਾ। ਮੈਂ ਸਾਰੇ ਹਲਕੇ ਦਿਆਂ ਨੂੰ ਵੀ ਬੇਨਤੀ ਕਰਦਾ, ਮੈਂ ਬਾਹਰਲਿਆਂ ਨੂੰ ਵੀ ਬੇਨਤੀ ਕਰਦਾ, ਜਿੰਨੇ ਮੇਰੀ ਆਵਾਜ਼ ਸੁਣਦੇ ਆ, ਕਿ ਇਹ ਜਿਹੜਾ ਕੰਮ ਕਰ ਰਿਹਾ ਲੋਕੀ ਆਪਾਂ ਸਾਰੇ ਬੰਦ ਕਰਾ ਸਕਦੇ ਆ। ਇਹ ਜਿੰਨੇ ਮੇਰੇ ਹਲਕੇ ਦੇ ਆ ਜਾਂ ਬਾਹਰਲੇ ਹਲਕੇ ਦੇ ਆ, ਜਿਹੜੇ ਸ਼ਰਾਬ ਦੇ ਨਾਲ ਨਫ਼ਰਤ ਕਰਦੇ ਆ, ਜਿਹੜੇ ਚਾਹੁੰਦੇ ਆ ਕਿ ਲੋਕੀ ਨਾ ਮਰਨ, ਉਹ ਆਪਣੇ ਹਲਕੇ ਤੇ ਜਿੱਥੇ ਵਿਕਦੀ ਆ ਉਹਦੀ ਸੂਚਨਾ ਪੁਲਿਸ ਨੂੰ ਦੇਣ, ਪੁਲਿਸ ਨੂੰ ਨਹੀਂ ਤੇ ਵੀਡੀਓ ਪਾਉਣ। ਤੇ ਜਿਵੇਂ ਤੁਸੀਂ ਤੁਹਾਡੇ ਹਲਕੇ ਦੇ ਵਿੱਚ ਤੁਸੀਂ ਦੱਸਦੇ ਕੰਮ ਚੱਲ ਰਿਹਾ, ਇਹ ਕਈ ਰਿਪੋਰਟਾਂ ਇਹ ਵੀ ਸਾਹਮਣੇ ਆਈਆਂ ਸੀ ਕਿ ਜਿਹੜੀ, ਕਿਉਂਕਿ ਪੁਲਿਸ ਦੀ ਜਿੰਨੀ ਕਾਰਵਾਈ ਆ ਅਸੀਂ ਦੇਖੀਏ ਤਾਂ ਜਿਹੜੇ ਦੇਸੀ ਸ਼ਰਾਬ ਕੱਢਦੇ ਆ ਪਿੰਡਾਂ ਦੇ ਵਿੱਚ, ਦਰਿਆਵਾਂ ਦੇ ਕੰਢੇ, ਸਾਰਾ ਕੁਝ ਉਹਨਾਂ ਦੇ ਸਿਰ ਤੇ ਪਾ ਦਿੱਤਾ ਗਿਆ ਕਿ ਇਹ ਉਹਨਾਂ ਦੇ ਕਾਰਨ ਹੀ ਸਾਰਾ ਕੁਝ ਵਾਪਰਿਆ। ਤੇ ਪੁਲਿਸ ਨੇ 24 ਘੰਟਿਆਂ ਦੇ ਵਿੱਚ ਕਈ ਥਾਵਾਂ ਤੇ ਛਾਪੇ ਮਾਰ ਕੇ ਵੱਡੇ ਪੱਧਰ ਤੇ ਲਾਹਣ ਵੀ ਜਿਹੜੀ ਫੜੀ ਆ। ਪਰ ਤੁਸੀਂ ਕਹਿ ਰਹੇ ਹੋ ਕਿ ਕਹਾਣੀ ਦਾ ਪਾਸਾ ਹੀ ਬਿਲਕੁਲ ਉਲਟਾ। ਇਹ ਤਾਂ ਡਿਸਟਿਲਰੀ ਜਿਹੜੀ ਸਰਕਾਰ ਦੇ ਹੁਕਮਾਂ ਦੇ ਅਧੀਨ ਚੱਲਦੀ ਆ, ਜਿਹੜੀ ਸਰਕਾਰੀ ਹੁਕਮਾਂ 'ਚ ਲੱਗੀ ਹੋਈ ਆ, ਉਸ ਡਿਸਟਿਲਰੀ 'ਚੋਂ ਇਹ ਜ਼ਹਿਰ ਫੈਲਿਆ ਆ। ਜਿਹੜੀ ਵੇਖੋ ਜੀ, ਐਕਸਾਈਜ਼ ਮਹਿਕਮਾ ਹੈ, ਡਿਸਟਿਲਰੀ ਜਾਂ ਫੈਕਟਰੀ 'ਚੋਂ ਜਿੰਨਾ ਨਿਕਲਦਾ ਉਹਨਾਂ ਦੇ ਮੁਤਾਬਕ ਨਿਕਲਦਾ। ਜਿੰਨੇ ਹਲਕੇ ਦੇ ਆ, ਜਿੱਦਾਂ ਹੁਣ ਸਮਝ ਲਓ ਤਰਨਤਾਰਨ ਵੀ ਐਕਸਾਈਜ਼ ਦਾ ਅਫਸਰ ਇਹਦੇ ਮੁਤਾਬਕ ਲੱਗਾ। ਸਾਡੇ ਜਿਹੜੇ ਕਪੂਰਥਲੇ ਹੈ, ਇੱਕ ਲੇਡੀਜ਼ ਲੱਗੀ ਹੈ, ਉਹ ਵੀ ਇਹਦੇ ਮੁਤਾਬਕ ਲੱਗੀ ਹੈ। ਜਦੋਂ ਬੰਦਾ ਉਹਦੇ ਕੋਲ ਕੋਈ ਸ਼ਿਕਾਇਤ ਕਰਦਾ, ਉਸੇ ਵੇਲੇ ਉਹਨਾਂ ਬਲੈਕੀਆਂ ਨੂੰ ਤੇ ਰਾਣਾ ਜੀ ਨੂੰ ਰਿਪੋਰਟ ਦਿੰਦੀ ਹੈ। ਇਸ ਕਰਕੇ ਇਹਨਾਂ ਦਾ ਨੈਟਵਰਕ ਜਿਹੜਾ ਹੈਗਾ, ਇਹ ਜਿੰਨ 'ਚ ਇੱਕ ਤੇ ਜਿਹੜੇ ਅਫਸਰ ਲੱਗੇ ਹੋਏ ਆ ਇਹ ਬਦਲੇ ਜਾਣ, ਇੱਕ ਜਿਹਨੇ ਇਹਦੇ ਬੰਦੇ ਆ ਜਿਹੜੇ ਇਹਨੇ ਅਫਸਰ ਲਵਾਏ ਹੋਏ ਉਹ ਸਾਰੇ ਬਦਲੇ ਜਾਣ, ਤਦ ਨੈਟਵਰਕ ਨੂੰ ਇਹ ਢਿੱਲ ਪੈ ਸਕਦੀ ਹੈ। ਤੇ ਇੱਕ ਵਧੀਆ ਅਫਸਰ, ਜਿਹੜੇ ਇਮਾਨਦਾਰ ਅਫਸਰ ਹੈ, ਉਹ ਲਾਏ ਜਾਣ ਤੇ ਇਹਦੀ ਸ਼ਰਾਬ ਸਾਰੀ ਠੱਲ ਪੈ ਸਕਦੀ। ਨਹੀਂ ਤਾਂ ਇਹਨੇ ਸਾਰੇ ਪੰਜਾਬ ਨੂੰ ਯੂਪੀ ਬਣਾ ਦੇਣਾ, ਬਿਲਕੁਲ ਬਿਹਾਰ ਬਣਾ ਦੇਣਾ। ਜਿੰਨੇ ਮਜ਼ਦੂਰ ਸਸਤੀ ਸ਼ਰਾਬ ਪੀਣ ਵਾਲੇ ਆ, ਉਹ ਇਹਨੇ ਸਾਰੇ ਹੀ ਮਾਰ ਦੇਣੇ ਆ। ਭਾਵੇਂ ਉਹ ਕਰੋਨਾ ਨਾਲ ਮਰ ਜਾਣ ਤੇ ਭਾਵੇਂ ਰਾਣਾ ਜੀ ਦੀ ਇਹ ਜਿਹੜੀ ਨਕਲੀ ਸ਼ਰਾਬ ਉਹਦੇ ਨਾਲ ਮਰ ਜਾਣ। ਤੇ ਲੋਕਾਂ ਨੂੰ ਇਹਨਾਂ ਨੇ ਮਾਰਨ ਦਾ ਠੇਕਾ ਲਿਆ ਹੋਇਆ ਤੇ ਚੰਦ ਪੈਸੇ ਕਮਾਉਣ ਲਈ। ਤੁਸੀਂ ਕਹਿ ਰਹੇ ਹੋ ਕਿ ਜਿਹੜੇ ਅਫਸਰ ਨੇ, ਕਿ ਰਾਣਾ ਗੁਰਜੀਤ ਸਿੰਘ ਦਾ ਤੁਹਾਡੇ ਮੁਤਾਬਕ ਅਸੀਂ ਦੇਖੀਏ ਤਾਂ ਹੱਥ ਬੜੀ ਤਾਂ ਤੱਕ ਪੈਂਦਾ ਆ ਕਿ ਅਫਸਰ ਵੀ ਸਾਰੇ ਉਹਨਾਂ ਦੇ ਨਿਯੁਕਤ ਕੀਤੇ ਹੋਏ ਆ। ਤੇ ਫਿਰ ਮਜਿਸਟ੍ਰੇਟ ਪੱਧਰ ਦਾ ਜਿਹੜਾ ਇੱਕ ਅਸੀਂ ਕਹੀਏ ਅਫਸਰ ਆ ਜਿਹੜਾ,
ਉਹ ਕਿਵੇਂ ਇੱਕ ਨਿਰਪੱਖ ਜਾਂਚ ਕਰ ਸਕਦਾ? ਤੁਹਾਨੂੰ ਨਹੀਂ ਲੱਗਦਾ ਕਿ ਉੱਚ ਪੱਧਰ ਦੀ ਜਾਂਚ ਇਸ ਮਾਮਲੇ 'ਚ ਹੋਣੀ ਚਾਹੀਦੀ ਆ? ਦੇਖੋ ਜੀ, ਸਮਝ ਤੇ ਸਾਰਿਆਂ ਨੂੰ ਹੈਗੀ ਹੈ, ਪਰ ਜਿਹੜਾ ਇਹ ਅਫਸਰ ਲਾਏ ਆ, ਇਹਦੇ ਤੱਥ ਆਉਣਗੇ ਬਾਹਰ, ਕੁਛ ਨਾ ਤਾਂ ਕੁਛ ਆਉਣਗੇ ਨਾ। ਜੇ ਉਹ ਝੂਠ ਬੋਲੇਗਾ ਅਫਸਰ, ਆਪੇ ਲੋਕੀ ਅੱਗੇ ਕੋਰਟ ਵੱਲ ਚਲੇ ਜਾਣਗੇ। ਕੁਛ ਦਿਨਾਂ ਦੀ ਆਪਾਂ ਵੇਟ ਕਰਕੇ ਵੇਖ ਲੈਂਦੇ ਆ, ਜੇ ਉਹਦੇ ਚ ਤੱਥ ਨਾ ਬਾਹਰ ਆਏ, ਜੋ ਅਸਲੀਅਤ ਹੈ, ਤਾਂ ਆਪਾਂ ਕੋਰਟ ਨੂੰ ਜ਼ਰੂਰ ਬੇਨਤੀ ਕਰਾਂਗੇ, ਉੱਥੇ ਐਪਲੀਕੇਸ਼ਨ ਲਾਵਾਂਗੇ। ਪਰ ਮੈਂ ਦੱਸਦਾ ਕਿ ਮੈਂ ਸਾਰੇ ਥਾਂ ਫਿਰ ਕੇ ਆਇਆ, ਜਿੰਨਿਆਂ ਦੀ ਡੈਥ ਹੋਈ ਹੈ ਉਹਨਾਂ ਦੇ ਘਰ ਦੇ ਜਿਹੜੇ ਤਰਾਸ ਕਰਦੇ ਆ ਕਿ ਇਹ ਜਿਹੜੀ ਸ਼ਰਾਬ ਹੈ, ਇਹ ਅਸੀਂ ਨਾਕੇ ਲਾ ਕੇ ਡੱਕਣ ਦੀ ਕੋਸ਼ਿਸ਼ ਕਰਦੇ ਸੀ, ਪਰ ਫਿਰ ਵੀ ਇਹ ਜਿਹੜੇ ਬਲੈਕੀਏ ਆ, ਆਏ ਬਗਾਏ ਜਿਹੜੀ ਇਹ ਸਪਲਾਈ ਚੱਲਦੀ ਰਹੀ ਹੈ। ਚਲੋ, ਤੁਹਾਡੀ ਗੱਲ ਨਾਲ ਇਹ ਤਾਂ ਸਪਸ਼ਟ ਆ ਕਿ ਸਾਰਾ ਕੁਝ ਸਰਕਾਰ ਦੀ ਨਾਖੇੜ ਭਾਵ ਕਿ ਪ੍ਰਸ਼ਾਸਨ ਨੂੰ ਪੁਲਿਸ ਵੀ ਨਾਲ ਮਿਲੀ ਆ, ਅਫਸਰ ਵੀ ਨਾਲ ਮਿਲੇ ਆ, ਤੇ ਸਿਆਸੀ ਲੋਕ ਤਾਂ ਚਲੋ ਤੁਸੀਂ ਕਹਿ ਰਹੇ ਹੋ ਕਿ ਕਰਵਾਏ ਰਹੇ ਨੇ ਸਾਰਾ ਕੁਝ। ਤਾਂ ਜਿਹੜੇ ਲੋਕ ਮਰੇ ਨੇ, ਉਹ ਲੋਕ ਅਸੀਂ ਦੇਖੀਏ ਤਾਂ ਬੜੇ ਗਰੀਬ ਘਰਾਂ ਦੇ ਲੋਕ ਨੇ, ਦਿਹਾੜੀਦਾਰ ਲੋਕ ਨੇ ਸਾਰੇ, ਤੇ ਉਹ ਪਰਿਵਾਰ ਤਾਂ ਮਤਲਬ ਐਡੇ ਵੱਡੇ ਬੰਦਿਆਂ ਦੇ ਨਾਲ ਕੋਈ ਲੜਾਈ ਨਹੀਂ ਲੜ ਸਕਦੇ। ਤੇ ਹੁਣ ਤੁਸੀਂ ਇੱਕ ਮਤਲਬ ਹਲਕਾ ਇੰਚਾਰਜ ਹੋ, ਤੇ ਤੁਹਾਡੀ ਵੀ ਅਸੀਂ ਦੇਖੀਏ ਕੋਈ ਵੱਡੀ ਸੁਣਵਾਈ ਨਹੀਂ ਹੋ ਰਹੀ, ਤਾਂ ਫਿਰ ਕੀ ਰਾਹ ਵੱਜਦਾ? ਜੇ ਸਿਆਸੀ ਰਾਹ ਐਵੇਂ ਬੰਦ ਨੇ, ਤੁਸੀਂ ਆਪਣੇ ਜ਼ਮੀਰ ਦੀ ਆਵਾਜ਼ ਸੁਣੀ ਆ, ਤੁਸੀਂ ਇੱਕ ਆਵਾਜ਼ ਚੁੱਕ ਰਹੇ ਹੋ, ਤਾਂ ਕੀ ਤੁਸੀਂ ਉਹਨਾਂ ਲੋਕਾਂ ਦੀ ਜਿਹੜੀ ਕਾਨੂੰਨੀ ਲੜਾਈ ਆ, ਕੋਈ ਉਹ ਲੜਨ ਬਾਰੇ ਵੀ ਸੋਚ ਰਹੇ ਹੋ ਕਿ ਜੇ ਕੈਪਟਨ ਅਮਰਿੰਦਰ ਸਿੰਘ ਨਹੀਂ ਤੁਹਾਡੀ ਗੱਲ ਸੁਣਦੇ ਆ, ਜੇ ਪੰਜਾਬ ਸਰਕਾਰ ਨਹੀਂ ਸੁਣਦੀ ਆ, ਤੇ ਜਾਂਚ ਜਿਹੜੀ ਆ ਉਹ ਨਿਰਪੱਖ ਨਹੀਂ ਹੁੰਦੀ, ਫਿਰ ਤੁਸੀਂ ਕੀ ਮਤਲਬ ਕੋਈ ਕਾਨੂੰਨੀ ਰਾਹ ਮਤਲਬ ਚੁਣ ਸਕਦੇ ਹੋ ਕਿ ਸਿੱਧਾ ਅਦਾਲਤ ਵਿੱਚ ਜਾਣ ਦਾ? ਦੇਖੋ ਜੀ, ਜਿਹੜੀ ਇਨਕੁਆਇਰੀ ਕਰਨੀ ਉਹ ਅਫਸਰਾਂ ਕਰਨੀ ਹੈ, ਕੈਪਟਨ ਸਾਹਿਬ ਨੇ ਨਹੀਂ ਕਰਨੀ। ਕੈਪਟਨ ਸਾਹਿਬ ਨੇ ਦੇਖਣਾ, ਉਹਨਾਂ ਨੇ ਡਿਊਟੀ ਲਾਤੀ ਹੈ। ਜੇ ਤੇ ਇਸ ਜਿਹੜੀ ਉਹਨੇ ਇਨਕੁਆਇਰੀ ਕੀਤੀ ਹੈ, ਅਫਸਰ ਨੇ ਉਹ ਇਮਾਨਦਾਰ ਹੋਇਆ ਤੇ ਇਨਕੁਆਇਰੀ ਵਧੀਆ ਕਰ ਦਿੱਤੀ, ਤੇ ਆਪਾਂ ਉਹਦੇ ਪਹਿਲਾਂ ਕਰਨ ਤੋਂ ਪਹਿਲਾਂ ਤਾਂ ਦੋਸ਼ ਉੱਤੇ ਲਾ ਨਹੀਂ ਸਕਦੇ। ਜੇ ਉਹ ਇਸ ਨੈਟਵਰਕ ਦੇ ਵਿੱਚ ਫਸ ਗਿਆ, ਇਸ ਧੰਦੇ 'ਚ ਜੋ ਇਹ ਪੈਸਾ ਚੱਲਦਾ ਇਹਦੇ 'ਚ ਫਸ ਗਿਆ, ਤੇ ਆਪਾਂ ਰਾਹ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਦਿੱਤੇ ਹੋਏ ਬੇਅੰਤ ਕੋਰਟ ਦਾ ਰਾਹ ਜਿਹੜਾ ਸਾਡੇ ਕੋਲ ਖੁੱਲਾ ਹੈ। ਅਸੀਂ ਜਿਹੜੇ ਜਿਨ੍ਹਾਂ ਦੀ ਡੈਥ ਹੋਈ ਉਹ ਸਾਡੇ ਕਈ ਸੱਜਣ ਹੈ, ਉਹਨਾਂ ਕੋਲ ਵਕਾਲਤਨਾਮੇ ਤੇ ਸਾਈਨ ਕਰਕੇ ਤੇ ਵਕੀਲ ਕਰਕੇ ਉਹਨਾਂ ਨੂੰ ਇਨਸਾਫ ਜ਼ਰੂਰ ਦਿਵਾਵਾਂਗੇ। ਤੇ ਹੁਣ ਕਾਂਗਰਸ ਦੇ ਵਿੱਚ 2022 ਦੀਆਂ ਚੋਣਾਂ ਵੀ ਆ ਰਹੀਆਂ ਨੇ, ਤੇ ਉਹ ਤੋਂ ਪਹਿਲਾਂ ਐਮਪੀ ਵੀ ਕੁਝ ਬਗਾਵਤ ਕਰ ਚੁੱਕੇ ਨੇ ਜਿਹੜੇ ਪੁਰਾਣੇ ਕਾਂਗਰਸੀ ਆਗੂ ਆ, ਤੇ ਹੁਣ ਤੁਹਾਡੀ ਇਹ ਗੱਲ ਜਿਹੜੀ ਆ ਉਹ ਸਾਹਮਣੇ ਜਨਤਕ ਹੋ ਰਹੀ ਆ ਕਿ ਤੁਸੀਂ ਸਿੱਧਾ ਇੱਕ ਕਾਂਗਰਸ ਦੇ ਮੰਤਰੀ ਦੇ ਦੋਸ਼ ਲਾ ਰਹੇ ਹੋ, ਤਾਂ ਜਿਹੜਾ ਉਹ ਠੱਪਾ ਲੱਗਦਾ ਆ ਬਾਗੀ ਦਾ ਕਿ ਪਾਰਟੀ ਤੋਂ ਬਾਹਰ ਜਾ ਰਹੇ ਆ, ਪਾਰਟੀ ਦੇ ਡਿਸਪਲਿਨ ਤੋਂ ਬਾਹਰ ਜਾ ਕੇ ਗੱਲ ਕਰ ਰਹੇ ਆ, ਤਾਂ ਇਹ ਤੁਹਾਡੇ ਤੇ ਵੀ ਲੱਗ ਸਕਦਾ ਹੈ। ਇਹਦੇ ਲਈ ਤਿਆਰ ਹੋ ਤੁਸੀਂ? ਨਹੀਂ ਨਹੀਂ ਜੀ, ਬਿਲਕੁਲ ਨਹੀਂ। ਮੇਰੇ ਤੇ ਠੱਪਾ ਕਿਉਂ ਲੱਗੇਗਾ? ਮੈਂ ਕੋਈ ਸ਼ਰਾਬ ਵੇਚਦਾ, ਮੈਂ ਕੋਈ ਸਮੈਕ ਵੇਚਦਾ, ਮੈਂ ਕੋਈ ਗਲਤ ਕੰਮ ਕਰਦਾ? ਮੈਂ ਪਾਰਟੀ ਦਾ ਜਿਹੜਾ ਪਾਰਟੀ ਦੀ ਲੋਕਾਂ ਦੀ ਲੜਾਈ ਲੜ ਰਿਹਾ ਕਿ ਜੇ ਲੋਕ ਕਾਂਗਰਸ ਦੇ ਵਿੱਚ ਇਹ ਧੱਬਾ ਲੱਗੇਗਾ ਕਿ ਜਿਹੜੀ ਡਿਸਟਿਲਰੀਆਂ ਜਾਂ ਜਿਹੜੀਆਂ ਫੈਕਟਰੀਆਂ 'ਚ ਜਲੀਦੀ ਸ਼ਰਾਬ ਹੈ ਉਹ ਕਾਂਗਰਸੀ ਬੰਦੇ ਦੀ ਹੈ, ਤੇ ਅਸੀਂ ਧੱਬਾ ਕਿਉਂ ਲਵਾਈਏ ਉਹਦਾ? ਉਸ ਬੰਦੇ ਨੂੰ ਕਾਂਗਰਸ ਚੋਂ ਬਾਹਰ ਕਰਨਾ ਚਾਹੀਦਾ ਹੈ। ਤੇ ਕਾਂਗਰਸ ਇੱਕ ਸੱਚੀ ਸੁੱਚੀ ਜਮਾਤ ਹੈ, ਇਹ ਵਰਕਰਾਂ ਦੀ ਜਮਾਤ ਹੈ, ਇਹ ਵਪਾਰੀਆਂ ਦੀ ਜਮਾਤ ਨਹੀਂ ਹੈਗੀ। ਵਪਾਰੀ ਇੱਕ ਆ ਕੇ ਕਾਂਗਰਸ ਦਾ ਪੱਠਾ ਬਾਜੇ, ਅਸੀਂ ਇਹ ਨਹੀਂ ਬਰਦਾਸ਼ਤ ਕਰ ਸਕਦੇ। ਜਿਹੜੇ ਬਾਗੀ ਤੁਸੀਂ ਗੱਲ ਕੀਤੀ ਬਾਗੀਆਂ ਦੀ, ਮੇਰੇ ਨਾਲ ਉਹਨਾਂ ਦੀ ਕੋਈ ਗੱਲ ਨਹੀਂ। ਮੈਂ ਤੇ ਸਿਰਫ ਆਪਣੇ ਹਲਕੇ ਦੀ ਤਰਨਤਾਰਨ ਦੀ ਗੱਲ ਕਰ ਰਿਹਾ, ਤੇ ਮੈਂ ਰਾਣਾ ਗੁਰਜੀਤ ਸਿੰਘ ਦੀ ਕਰ ਰਿਹਾ। ਮੈਂ ਕੋਈ ਕਾਂਗਰਸ ਪਾਰਟੀ ਦੀ ਥੋੜੀ ਬਦਨਾਮੀ ਕਰ ਰਿਹਾ ਕਿ ਮੇਰੇ ਤੇ ਕਾਰਵਾਈ ਹੋਏਗੀ। ਤੇ ਨਹੀਂ, ਪਾਰਟੀ ਤਾਂ ਜਿਹੜੇ ਬਾਗੀ ਐਮਪੀ ਹੋਏ ਨੇ ਉਹ ਵੀ ਕਾਂਗਰਸ ਪਾਰਟੀ ਦੀ ਨਹੀਂ ਕਰ ਰਹੇ, ਉਹ ਅਸਲ 'ਚ ਸਰਕਾਰ ਦੇ ਸਵਾਲੇ ਖੜੀ ਕਰ ਰਹੇ ਆ। ਤੁਸੀਂ ਦੇਖੋ, ਇੱਕ ਪਾਸੇ ਸ਼ਰਾਬ ਦੇ ਨਾਲ, ਜ਼ਹਿਰੀਲੀ ਸ਼ਰਾਬ ਦੇ ਨਾਲ 100 ਤੋਂ ਵੱਧ ਮੌਤਾਂ ਹੋ ਗਈਆਂ, ਦੂਜੇ ਪਾਸੇ ਪੰਜਾਬ ਸਰਕਾਰ ਕਹਿ ਰਹੀ ਆ ਕਿ ਕੋਈ ਵੀ ਮਾਈਨਿੰਗ ਦੇ ਉੱਤੇ ਗੁੰਡਾ ਪਰਚੀ ਨਹੀਂ ਲੱਗੀ ਹੋਈ, ਤੇ ਹਾਈ ਕੋਰਟ ਦੇ ਵਿੱਚ ਹੁਣ ਜਦੋਂ ਮਤਲਬ ਇਹ ਸਾਰਾ ਕੁਝ ਸਪਸ਼ਟ ਹੋ ਗਿਆ ਕਿ ਸਰਕਾਰ ਦੇ ਠੇਕੇਦਾਰ ਲੋਕਾਂ ਤੋਂ ਗੁੰਡਾ ਪਰਚੀ ਦੇ ਰਾਹੀਂ ਪੈਸਾ ਵਸੂਲ ਰਹੇ ਆ, ਤੇ ਫਿਰ ਹੁਣ ਸੀਬੀਆਈ ਜਾਂਚ ਦੇ ਹੁਕਮ ਹਾਈ ਕੋਰਟ ਨੇ ਦੇ ਦਿੱਤੇ ਆ, ਤੇ ਉਹ ਤੋਂ ਬਾਅਦ ਸਰਕਾਰ ਹਰਕਤ ਚਾਹੀ ਆ, ਤੇ ਸਰਕਾਰ ਤੇ ਸਵਾਲ ਉੱਠਣੇ ਤਾਂ ਲਾਜ਼ਮੀ ਨੇ ਨਾ। ਜਿਹੜੇ ਐਮਪੀਆਂ ਨੇ ਸਵਾਲ ਚੁੱਕੇ ਆ, ਉਹਨਾਂ ਨੂੰ ਵੀ ਤਾਂ ਬਾਗੀ ਕਿਹਾ ਜਾ ਰਿਹਾ, ਉਹ ਵੀ ਤਾਂ ਸਰਕਾਰ ਦੀ ਜਿਹੜੀ ਢਿੱਲ ਆ ਉਹਦੇ ਤੇ ਸਵਾਲ ਚੁੱਕ ਰਹੇ ਆ। ਤੁਸੀਂ ਵੀ ਸਰਕਾਰ ਦੀ ਢਿੱਲ ਤੇ ਸਵਾਲ ਚੁੱਕ ਰਹੇ ਹੋ? ਮੈਂ ਜੀ ਸਰਕਾਰ ਦੀ ਢਿੱਲ ਤੇ ਨਹੀਂ ਕਰ ਰਿਹਾ, ਮੈਂ ਕਰ ਰਿਹਾ ਕਿ ਸਰਕਾਰ ਦੀ ਬੁੱਕਲ 'ਚ ਵੜ ਕੇ ਇਹ ਕੰਮ ਕਰ ਰਿਹਾ। ਸਰਕਾਰ ਨੂੰ ਕਿਤੇ ਦੱਸ ਕੇ ਥੋੜਾ ਇਹ ਜਿਹੜੀ ਬਲੈਕ ਕਰ ਰਿਹਾ, ਕਿ ਸਰਕਾਰ ਨੂੰ ਇਹਨੇ ਦੱਸੇ ਥੋੜੇ ਮੈਂ ਕੱਲੇ ਕੱਲੇ ਪਿੰਡ ਦੇ ਵਿੱਚ ਬੰਦੇ ਫਿੱਟ ਕੀਤੇ ਹੋਏ ਆ ਆਪਣੇ, ਉਹਨਾਂ ਨੂੰ ਮੈਂ ਸ਼ਰਾਬ ਸਪਲਾਈ ਕਰਦਾ। ਇਹ ਸਿਰਫ ਜੀ ਇਹਨਾਂ ਦੇ ਜਿੰਨੇ ਮੈਂ ਵੇਖਿਆ, ਜਿਹੜਾ ਠੇਕੇਦਾਰ ਇਹਨਾਂ ਕੋਈ ਸ਼ਰਾਬ ਨਹੀਂ ਲੈਂਦਾ,
ਉਹਦੀ ਇਹ ਸ਼ਰਾਬ ਫੜਾ ਦਿੰਦੇ ਆ, ਉਹਦੀ ਆਪਣੀ ਉਹਨਾਂ ਦੇ ਪਰਚਾ ਕਰਾ ਦਿੰਦੇ ਆ। ਇਹ ਸਿਰਫ ਇਹ ਚਾਹੁੰਦੇ ਆ ਕਿ ਜਿਹੜੀ ਇਹ ਸਹੀ ਸ਼ਰਾਬ ਵੇਚਦੇ ਆ ਉਹ ਵੀ ਵਿਕੇ, ਜਿਹੜੀ ਗਲਤ ਬਣਾਉਂਦੇ ਉਹ ਵੀ ਵਿਕੇ। ਦੋ ਤਰੀਕੇ ਦੇ ਇਹਨਾਂ ਨੇ ਕੰਮ ਫੜਿਆ। ਇੱਕ ਬਿਲਕੁਲ ਕਾਨੂੰਨ ਦੇ ਮੁਤਾਬਕ ਕਰਦੇ ਆ, ਇੱਕ ਜਿਹੜਾ ਦੂਜਾ ਹੈਗਾ ਕੈਮੀਕਲ ਨੂੰ ਭੇਜਦੇ ਆ। ਤੇ ਬਾਕੀ ਜਿਹੜਾ ਯੂਪੀ ਦੇ ਨਾਂ ਤੇ ਇੱਕ ਜਿੱਦਾਂ ਪੇਟੀ ਦੇ ਉੱਤੇ ਜਾਂ ਬੋਤਲ ਤੇ ਲਿਖਿਆ ਹੁੰਦਾ ਫਾਰ ਸੇਲ ਯੂਪੀ, ਫਾਰ ਸੇਲ ਹਰਿਆਣਾ, ਉਹ ਸ਼ਰਾਬ ਸਾਰੀ ਇੱਥੇ ਵਿਕ ਰਹੀ ਹੈ। ਜਿਹੜੀ ਇੱਕ ਸਰਕਾਰ ਨੂੰ ਚੂਨਾ ਲਾ ਰਿਹਾ, ਇਹ ਇਕੱਲਾ ਬੰਦਾ ਚੂਨਾ ਲਾ ਰਿਹਾ, ਕੈਪਟਨ ਸਰਕਾਰ ਨੂੰ ਆਰਥਿਕ ਨੁਕਸਾਨ ਪਹੁੰਚਾ ਰਿਹਾ। ਮੈਂ ਸਰਕਾਰ ਦੇ ਹੱਕ 'ਚ ਬੋਲ ਰਿਹਾ, ਮੈਂ ਪਾਰਟੀ ਦੇ ਹੱਕ 'ਚ ਬੋਲ ਰਿਹਾ, ਮੈਂ ਸਾਰਿਆਂ ਦੇ ਖਿਲਾਫ ਥੋੜਾ ਬੋਲ ਰਿਹਾ, ਮੈਂ ਤੇ ਰਾਣਾ ਗੁਰਜੀਤ ਸਿੰਘ ਦੇ ਖਿਲਾਫ ਬੋਲ ਰਿਹਾ। ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਰਾਣਾ ਗੁਰਜੀਤ ਸਿੰਘ ਤੇ ਜਿਹੜਾ ਵਪਾਰ ਆ ਉਹਦੇ ਤੇ ਕਈ ਵਾਰ ਸਵਾਲ ਉੱਠਿਆ ਕਿ ਜਿਵੇਂ ਅਸੀਂ ਕਹਿੰਦੇ ਜਿਹੜਾ ਵੇਸਟ ਮਟੀਰੀਅਲ ਆ ਉਹਦੇ ਨਾਲ ਇਹ ਪੋਲਿਊਸ਼ਨ ਫੈਲਾ ਰਿਹਾ। ਜਿਵੇਂ ਰਾਣਾ ਗੁਰਜੀਤ ਸਿੰਘ ਦੇ ਪਰਿਵਾਰ ਨਾਲ ਸੰਬੰਧਿਤ ਇੱਕ ਫੈਕਟਰੀ ਯੂਪੀ ਵਿੱਚ ਪਿਛਲੇ ਸਮੇਂ 'ਚ ਬੰਦ ਕੀਤੀ ਗਈ ਆ ਕਿ ਉੱਥੇ ਜਿਹੜਾ ਮਤਲਬ ਵੇਸਟ ਹੁੰਦਾ ਸੀ, ਜਿਹੜਾ ਕੈਮੀਕਲ ਵੇਸਟ ਆ, ਉਹ ਸਾਰਾ ਉੱਥੋਂ ਦੀਆਂ ਦਰਿਆਵਾਂ ਦੇ ਵਿੱਚ ਸੁੱਟ ਦਿੰਦੇ ਸੀ। ਇਸ ਕਰਕੇ ਪੋਲਿਊਸ਼ਨ ਬੋਰਡ ਨੇ ਕਾਰਵਾਈ ਕਰਦੇ ਆ, ਉਸ ਡਿਸਟ੍ਰਿਕਟ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਆ। ਤੇ ਹੁਣ ਪੰਜਾਬ ਦੇ ਵਿੱਚ ਵੀ ਉਹਨਾਂ ਦੇ ਵਪਾਰ ਦੇ ਜਿਹੜੇ ਦੋ ਤਰੀਕੇ ਨੇ ਉਹਨਾਂ ਦੇ ਉੱਤੇ ਉਹਨਾਂ ਦੀ ਪਾਰਟੀ ਦੇ ਹੀ ਜਿਹੜੇ ਆਗੂ ਨੇ ਉਹ ਸਵਾਲ ਖੜੇ ਕਰ ਰਹੇ ਆ। ਤਾਂ ਇਸ ਸਮੇਂ ਹੁਣ ਜਿਹੜਾ ਮਤਲਬ ਸਭ ਤੋਂ ਵੱਡਾ ਸਵਾਲ ਜਿਹੜਾ ਬਣਿਆ ਹੋਇਆ ਕਿ ਰਾਣਾ ਗੁਰਜੀਤ ਸਿੰਘ ਵਪਾਰ ਕਰਦੇ ਆ, ਇੱਕ ਇਲਜ਼ਾਮ ਲੱਗ ਰਿਹਾ ਕਿ ਟੈਕਸ ਚੋਰੀ ਕਰਦੇ ਨੇ, ਜਿਹੜਾ ਤੁਸੀਂ ਮਤਲਬ ਸਿੱਧਾ ਪਰ ਜਿਹੜਾ ਵੱਡਾ ਮਸਲਾ ਆ ਕਿ ਟੈਕਸ ਚੋਰੀ ਕਰਨ ਦੇ ਨਾਲ ਨਾਲ ਜਿਹੜੀ ਜ਼ਹਿਰ ਵੰਡੀ ਜਾ ਰਹੀ ਹੈ ਕਿ ਘਟੀਆ ਦਰਜੇ ਦੀ ਜਿਹੜੀ ਸ਼ਰਾਬ ਆ ਉਹ ਡਿਸਟਿਲਰੀ ਤੋਂ ਨਿਕਲ ਕੇ ਉਹ ਜਾ ਰਹੀ ਆ ਲੋਕਾਂ ਤੱਕ। ਤਾਂ ਇਹਦਾ ਜਿਹੜਾ ਕੋਈ ਇਹੋ ਜਿਹਾ ਸਬੂਤ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਤੁਸੀਂ ਸਿੱਧੀ ਜੀ ਗੱਲ ਕਹਿਤੀ ਕਿ ਉਹ ਸੈਨੀਟਾਈਜ਼ਰ ਦੀਆਂ ਟੈਂਕੀਆਂ ਸੀ ਤੇ ਉਹਦੇ ਵਿੱਚ ਜਾਂਦੀ ਸੀ, ਕੋਈ ਇਹਦਾ ਤੁਹਾਡੇ ਕੋਲ ਪ੍ਰਮਾਣ ਵੀ ਹੈ ਕਿ ਜਿਹੜਾ ਸੈਨੀਟਾਈਜ਼ਰ ਵਾਲੀਆਂ ਟੈਂਕੀਆਂ ਸੀ ਉਹਨਾਂ ਦੇ ਵਿੱਚ ਇਹ ਜਿਹੜੀ ਸ਼ਰਾਬ ਆ, ਜਿਹੜੀ ਜ਼ਹਿਰੀਲੀ ਅਲਕੋਹਲ ਆ, ਉਹ ਜਾ ਕੇ ਤੇ ਫਿਰ ਉਹ ਲੋਕਾਂ ਦੇ ਵਿੱਚ ਗਈ ਆ ਤੇ ਉਸ ਦੇ ਨਾਲ ਮੌਤਾਂ ਹੋਈਆਂ? ਮੈਂ ਇੱਕ ਸਿੱਧਾ ਸਵਾਲ ਰਾਣਾ ਗੁਰਜੀਤ ਸਿੰਘ ਨੂੰ ਕਹਿ ਰਿਹਾ, ਮੈਂ ਰਾਣਾ ਗੁਰਜੀਤ ਸਿੰਘ ਭਗਤ ਕਦੋਂ ਦੇ ਬਣ ਗਏ ਆ ਜਿਹੜੇ ਇਹ ਸੈਨੀਟਾਈਜ਼ਰ ਬਣਾ ਕੇ ਲੋਕਾਂ ਨੂੰ ਬੜੀ ਸਿਹਤ ਕਾਮਯਾਬ ਕਰ ਰਹੇ ਆ? ਮੈਂ ਉਦੋਂ ਹੀ ਇਹ ਆਵਾਜ਼ ਉਠਾਉਂਦਾ ਸੀ ਇਹ ਭਗਤ ਨਹੀਂ ਹੈਗੇ, ਇਹ ਯੂਪੀ ਤੋਂ ਇੱਥੇ ਪੰਜਾਬ 'ਚ ਪੈਸੇ ਲੁੱਟਣ ਆਏ ਆ। ਜੇ ਭਗਤ ਹੁੰਦੇ ਤੇ ਉੱਥੇ ਹੀ ਭਗਤੀ ਕਰ ਲੈਂਦੇ। ਇੱਥੇ ਭਗਤੀ ਜਿਹੜੀ ਆ ਤਰਨਤਾਰਨ ਭਗਤੀ 232 ਬੰਦਿਆਂ ਨਾਲ ਕੀਤੀ, ਇਹ ਭਗਤੀ ਕਰ ਰਹੇ ਆ। ਇਹ ਕੋਈ ਜੇ ਤੇ ਤੁਸੀਂ ਸਮਝੋ ਤੇ ਸਰਕਾਰ ਨੂੰ ਵੀ ਚੂਨਾ ਕਿ ਜਿਹੜੇ ਸੈਨੀਟਾਈਜ਼ਰ ਦੇ ਜਿਹੜੇ ਇਹ ਵਿੱਚ ਪਿੱਛੇ ਪੰਪ ਲਾਏ ਸੀ ਜਿਹੜੇ ਟੈਂਕਰਾਂ ਦੇ, ਇਹਨਾਂ ਕਿਹੜੇ ਭਗਤ ਨੇ ਜਿਹੜੇ ਇਹਨਾਂ ਨੇ ਲੋੜ ਦੇ ਮੁਤਾਬਕ ਲੋਕਾਂ ਨੂੰ ਬਚਾਉਣ ਲਈ ਲਾ ਲਿਆ? ਜੇ ਲੋਕਾਂ ਨੂੰ ਬਚਾਉਣ ਦੇ ਲਾ ਲਿਆ ਤੇ ਅੱਜ ਜ਼ਹਿਰੀਲੀ ਸ਼ਰਾਬ ਨਾ ਵੇਚਣ ਤੇ ਆਪੇ ਭਗਤੀ ਹੋ ਗਈ। ਤੇ ਇਹ ਤੇ ਜਿਹੜੀ ਹੈ ਨਾ ਗੱਲ, ਇਹ ਕਹਿੰਦੇ ਨੇ ਕਿ ਇੱਕ ਦਿਨ 100 ਦਿਨ ਚੋਰ ਦਾ, ਇੱਕ ਦਿਨ ਸਾਧ ਦਾ। ਇਹ ਗੱਲ ਬਾਹਰ ਆਉਣੀ ਸੀ। ਜੇ ਬਾਹਰ ਜਿਹੜੇ ਲੋਕਾਂ ਨੇ ਜਦੋਂ ਇਹ ਕੈਮੀਕਲ ਜਿਹੜੇ ਕਰਦੇ ਵੇਚਦੇ ਆ, ਇਹ ਕਦੀ ਪਾਣੀ ਵੱਧ ਪੈ ਗਿਆ, ਕਦੀ ਘੱਟ ਪੈ ਗਿਆ, ਜਦੋਂ ਤੇਜ਼ ਹੋ ਗਿਆ ਲੋਕਾਂ ਨੇ ਦੀ ਅੱਖਾਂ ਵੀ ਜਾਣੀਆਂ ਤੇ ਡੈਥ ਵੀ ਹੋਣੀ ਹੈ। ਤੇ ਇਹ ਜਿਹੜਾ ਕੰਮ ਆ, ਜਿਹੜੀ ਇਹ ਸਾਬਤ ਸਾਰਾ ਜੱਗ ਬੋਲ ਰਿਹਾ ਕਿ ਸੈਨੀਟਾਈਜ਼ਰ ਦੀਆਂ ਗੱਡੀਆਂ 'ਚ ਅਲਕੋਹਲ ਜਿਹੜੀ ਹੈ ਸਾਰੀ ਸਪਲਾਈ ਹੋਈ ਹੈ। ਬਿਲਕੁਲ, ਇਹ ਬੜੇ ਵੱਡੇ ਦੋਸ਼ ਨੇ ਜਿਹੜੇ ਤੁਸੀਂ ਲਾ ਰਹੇ ਹੋ ਤੇ ਅਸੀਂ ਇਹ ਆਸ ਕਰਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਤੁਹਾਡੀ ਇਹਨਾਂ ਗੱਲਾਂ ਵੱਲ ਧਿਆਨ ਦੇਣਗੇ, ਕਿਉਂਕਿ ਤੁਹਾਡੇ ਤੇ ਹਲਕੇ ਦੀ ਜ਼ਿੰਮੇਵਾਰੀ ਆ, ਤੁਸੀਂ ਹਲਕਾ ਇੰਚਾਰਜ ਹੋ ਤੇ ਤੁਹਾਡੇ ਹਲਕੇ ਦੇ ਵਿੱਚ ਵੀ ਇੱਕ ਜਿਹੜੀ ਮੌਤ ਹੋਈ ਆ ਤੇ ਇਸ ਮੌਤ ਦੇ ਉੱਤੇ ਵੀ ਕੋਈ ਪਰਚਾ ਦਰਜ ਹੋਇਆ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਕੱਲ ਮੌਤ ਹੋਈ ਆ? ਇਹ ਵੇਖੋ ਜੀ, ਜਿਹੜੀ ਮੌਤ ਕੱਲ ਹੋਈ ਹੈ ਨਾ, ਉਹ ਉੱਥੇ ਤਾਂ 3 ਪਹਿਲਾਂ ਦੀ ਵੀ ਡੈਥ ਹੋਈ ਹੈ। ਤੇ ਪਿੰਡਾਂ ਦੇ ਵਿੱਚ ਜਿੰਨੇ ਬੰਦੇ ਗਰੀਬ ਮਜ਼ਦੂਰ ਹੈ, ਜਦੋਂ ਉਹਦੀ ਡੈਥ ਹੁੰਦੀ ਹੈ, ਮੈਂ ਬੇਨਤੀ ਕਰਦਾ ਸਰਕਾਰ ਨੂੰ ਵੀ ਤੇ ਅਫਸਰਾਂ ਨੂੰ ਵੀ ਕਿ ਜਦੋਂ ਕੋਈ ਕਿਸੇ ਮਜ਼ਦੂਰ ਦੀ ਡੈਥ ਹੁੰਦੀ ਹੈ ਉਹਦਾ ਪੋਸਟਮਾਰਟਮ ਜ਼ਰੂਰ ਕਰਾਇਆ ਜਾਏ, ਪਤਾ ਲੱਗ ਜਾਏ ਕਿ ਜ਼ਹਿਰੀਲੀ ਸ਼ਰਾਬ ਨਾਲ ਉਹਦੀ ਮੌਤ ਹੋਈ ਹੈ। ਕਿ ਜਿੰਨੇ ਵਰਕਰ ਆ ਉਹ ਜਦੋਂ ਕੰਮ ਕਰਕੇ ਆਉਂਦੇ ਆ, ਉਸ ਤੋਂ ਬਾਅਦ ਇਹ ਜਿਹੜੇ ਬਲੈਕੀਆਂ ਕੋਲੋਂ ਸਸਤੀ ਜਿਹੜੀ 20 ਰੁਪਏ ਪੈਗ ਪੀਂਦੇ ਆ, ਦੂਜੇ ਥਾਂ ਤੇ ਇਹਨਾਂ ਨੂੰ ਬੋਤਲ ਮਿਲਦੀ 100 ਦੀ, 200 300 ਦੀ, ਤੇ ਜਿਹੜੇ ਬਲੈਕੀ ਇਹਨਾਂ ਨੂੰ ਪੈਗ ਪਿਆ ਦਿੰਦੇ ਆ 20 ਰੁਪਏ ਦਾ, ਤੇ ਉਹਦੇ ਨਾਲ ਮੌਤਾਂ ਹੁੰਦੀਆਂ। ਤੇ ਉਹ ਜਿਹੜੀਆਂ ਮੌਤਾਂ ਹੁੰਦੀਆਂ ਉਹ ਲੁਕੋਈਆਂ ਜਾਂਦੀਆਂ ਨੇ, ਉਹਨਾਂ ਦਾ ਕੋਈ ਪੋਸਟਮਾਰਟਮ ਨਹੀਂ ਹੁੰਦਾ ਤੇ ਘਰ ਦੇ ਡਰ ਕੇ, ਬਦਨਾਮੀ ਤੋਂ ਡਰ ਕੇ ਉਹਦਾ ਸੰਸਕਾਰ ਕਰ ਦਿੰਦੇ ਆ। ਇਹ ਵੀ ਇੱਕ ਜ਼ਰੂਰੀ ਹੈ ਕਿ ਪੋਸਟਮਾਰਟਮ ਹਰ ਬੰਦੇ ਦਾ ਕਰਾਇਆ ਜਾਵੇ। ਬੜੀ ਵੱਡੀ ਗੱਲ ਕੀਤੀ ਹੈ ਤੁਸੀਂ। ਅਸੀਂ ਵੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਜੋ ਇਹ ਸਾਰਾ ਮਾਹੌਲ ਚੱਲ ਰਿਹਾ ਹੈ, ਕਿਉਂਕਿ ਜਦੋਂ ਇਹ ਮੌਤਾਂ ਸ਼ਰਾਬ ਦੇ ਨਾਲ ਹੋਈਆਂ ਉਦੋਂ ਵੀ ਜਿਹੜੀਆਂ ਪਹਿਲਾਂ ਖਬਰਾਂ ਸਾਹਮਣੇ ਆਈਆਂ ਸੀ ਕਿ
ਕੁਝ ਪੁਲਿਸ ਅਧਿਕਾਰੀ ਤੇ ਕੁਝ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਨੇ ਉਹ ਇਹਨਾਂ ਮੌਤਾਂ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਇਹ ਮੌਤਾਂ ਦਾ ਕਾਰਨ ਕਿਸੇ ਹੋਰ ਚੀਜ਼ ਨੂੰ ਦੱਸ ਕੇ ਉਹ ਮੀਡੀਆ ਦੇ ਵਿੱਚ ਗੱਲ ਆ ਗਈ ਤੇ ਇਹ ਮਸਲਾ ਵੱਡਾ ਬਣ ਗਿਆ ਤੇ ਵੱਡੇ ਪੱਧਰ ਤੇ ਇੱਕੋ ਥਾਂ ਦੇ ਉੱਤੇ ਇੰਨੀ ਜ਼ਿਆਦਾ ਮੌਤਾਂ ਹੋਣ ਕਾਰਨ ਇਹ ਗੱਲ ਜਿਹੜੀ ਉਹ ਨਸ਼ਰ ਹੋਈ ਆ। ਨਹੀਂ ਤਾਂ ਸ਼ਾਇਦ ਪਤਾ ਨਹੀਂ ਕਿੰਨੀਆਂ ਇਹੋ ਜਿਹੀਆਂ ਮੌਤਾਂ ਪੰਜਾਬ 'ਚ ਹੁੰਦੀਆਂ ਹੋਣਗੀਆਂ ਜਿਨ੍ਹਾਂ ਦੇ ਪੋਸਟਮਾਰਟਮ ਨਹੀਂ ਹੁੰਦੇ ਤੇ ਇਹ ਗੱਲ ਸਾਹਮਣੇ ਨਹੀਂ ਹੁੰਦੀ ਕਿ ਮੌਤ ਦਾ ਕਾਰਨ ਕੀ ਬਣਿਆ। ਤੁਹਾਡੀ ਗੱਲ ਬਿਲਕੁਲ ਸਹੀ ਆ। ਆਖਰੀ ਸਵਾਲ ਮੈਂ ਤੁਹਾਨੂੰ ਕਿ ਮੈਂ ਤੁਹਾਡੀ ਇੱਕ ਇੰਟਰਵਿਊ ਸੁਣੀ ਸੀ, ਤੁਸੀਂ ਉਸ ਵਿੱਚ ਇਹ ਗੱਲ ਕਹੀ ਕਿ ਸੁਖਪਾਲ ਸਿੰਘ ਖਹਿਰਾ ਜਿਹੜੇ ਕਿ ਕਿਸੇ ਸਮੇਂ ਕਾਂਗਰਸ ਦੇ ਵਿੱਚ ਸੀ, ਉਹਨਾਂ ਨੂੰ ਕਾਂਗਰਸ ਤੋਂ ਕੱਢਣ ਦੇ ਪਿੱਛੇ ਜਿਹੜਾ ਮਤਲਬ ਸਭ ਤੋਂ ਵੱਡਾ ਕਾਰਨ ਆ ਰਾਣਾ ਗੁਰਜੀਤ ਸਿੰਘ ਆ। ਉਹ ਕੀ ਕਾਰਨ ਆ ਇਹੋ ਜਿਹਾ ਕਿ ਤੁਸੀਂ ਸਮਝਦੇ ਹੋ ਕਿ ਰਾਣਾ ਗੁਰਜੀਤ ਸਿੰਘ ਦੇ ਮਤਲਬ ਕਾਰਨ ਉਹ ਚਲੇ ਗਿਆ? ਤੇ ਜੇ ਰਾਣਾ ਗੁਰਜੀਤ ਸਿੰਘ ਦਾ ਇੰਨਾ ਦਬਾਅ ਆ ਕਿ ਉਹ ਇੱਕ ਸੁਖਪਾਲ ਸਿੰਘ ਖਹਿਰਾ ਵਰਗਾ ਆਗੂ ਜਿਹੜਾ ਆ ਉਹ ਪਾਰਟੀ ਤੋਂ ਬਾਹਰ ਜਾ ਸਕਦਾ, ਤਾਂ ਸ਼ਾਇਦ ਕੀ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਲਈ ਸਮਾਂ ਔਖਾ ਬਣ ਸਕਦਾ ਹੈ ਅੱਗੇ? ਮੇਰੇ ਤੇ ਔਖਾ ਕਿਉਂ ਨਹੀਂ ਆ ਸਕਦਾ? ਮੈਂ ਸੁਖਪਾਲ ਵਾਂਗੂ ਸਮੈਕ ਨਹੀਂ ਵੇਚਦਾ, ਨਾ ਮੈਂ ਰਾਣੇ ਗੁਰਜੀਤ ਨਾਲ ਰਲ ਕੇ ਕੋਠੀਆਂ ਦੇ ਸੌਦੇ ਕਰਦਾ, ਨਾ ਮੈਂ ਸ਼ਰਾਬ ਵੇਚਦਾ। ਗੱਲ ਏਦਾਂ ਹੈ ਕਿ ਸੁਖਪਾਲ ਸਿੰਘ ਖਹਿਰਾ ਵੀ ਆਪਣੇ ਬੰਦੇ ਦੇ ਰਾਹੀਂ ਸਮੈਕ ਵੇਚਦਾ ਸੀ, ਉਹ ਵੀ ਫੜਿਆ ਗਿਆ। ਉਹ ਹੁਣ ਹਾਈ ਕੋਰਟ ਸੁਪਰੀਮ ਕੋਰਟ ਦੇ ਵਿੱਚ ਹੈਗਾ, ਉਹ ਜਦੋਂ ਵੀ ਉਹ ਖੁੱਲੀ ਤੇ ਉਹ ਵੀ ਫੜਿਆ ਜਾਏਗਾ। ਗੱਲ ਅਸਲ 'ਚ ਇਹ ਹੈ ਕਿ ਰਾਣਾ ਗੁਰਜੀਤ ਤੇ ਸੁਖਪਾਲ ਸਿੰਘ ਕੋਠੀਆਂ ਦੇ ਕਬਜ਼ੇ ਲੈਂਦੇ ਸੀ, ਜਿਹੜੀਆਂ ਬੰਦੇ NRI ਬਾਹਰ ਸਨ ਜਾਂ ਜਿਨ੍ਹਾਂ ਦੀ ਡੈਥ ਹੋ ਜਾਂਦੀ ਜਾਂ ਕੋਈ ਆਪਣੇ ਬੰਬੇ ਕੋਈ ਐਕਟਰਾਂ ਦੀ ਕੋਠੀ ਸੀ। ਇਹਨਾਂ ਨੇ ਸਾਰੀਆਂ ਜਿੰਨੀਆਂ ਚੰਡੀਗੜ੍ਹ ਦੀਆਂ ਕੋਠੀਆਂ ਤੇ ਦੋਹਾਂ ਨੇ ਕਬਜ਼ਾ ਕੀਤਾ ਸੀ। ਇੱਕ ਕੋਠੀ ਤੇ ਹਜੇ ਵੀ ਦੋਹਾਂ ਦੇ ਨਾਂ ਰਜਿਸਟਰੀ ਹੈ, ਤੇ ਉਹ ਕੋਠੀ ਦਾ ਜਿਹੜਾ ਕਬਜ਼ਾ ਹੈ ਉਹ ਮਾਲਕ ਨਹੀਂ ਛੱਡ ਰਿਹਾ ਤੇ ਰਜਿਸਟਰੀ ਇਹਨੇ ਕਿਸੇ ਕੋ ਕਰਾਈ ਹੋਈ ਹੈ। ਇਸ ਕਰਕੇ ਜਿਹੜਾ ਸੁਖਪਾਲ ਦਾ ਜਿਹੜਾ ਹੁਣ ਦੌਰ ਹੈ ਉਹ ਰਾਣਾ ਗੁਰਜੀਤ ਨਾਲ ਉਹਦੀ ਸੁਲ੍ਹਾ ਹੋ ਗਈ ਹੈ, ਇਸੇ ਕਰਕੇ ਉਹ ਇਹ ਗੱਲ ਨਹੀਂ ਚੁੱਕ ਰਿਹਾ। ਨਹੀਂ ਤਾਂ ਉਹ ਮੁੱਦਾ ਤੇ ਉਹਨੂੰ ਕੋਈ ਮਾੜਾ ਜਿਹਾ ਮਿਲ ਜਾ ਤੇ ਉਹ ਕਰਦਾ ਸੀ ਗੱਲ। ਹੁਣ ਇਸੇ ਕਰਕੇ ਨਹੀਂ ਉਹ ਬੋਲ ਰਿਹਾ ਕਿ ਰਾਣੇ ਗੁਰਜੀਤ ਨਾਲ ਤੇ ਸੁਖਪਾਲ ਸਿੰਘ ਖਹਿਰੇ ਦੀ ਸੁਲ੍ਹਾ ਹੋ ਗਈ ਹੈ। ਅੱਛਾ, ਤੇ ਮਤਲਬ ਹੁਣ ਹਲਕੇ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਬੜੀ ਚਰਚਾ ਦਾ ਵਿਸ਼ਾ ਰਹਿੰਦਾ ਤੁਹਾਡਾ ਹਲਕਾ, ਤੇ ਸੁਖਪਾਲ ਸਿੰਘ ਖਹਿਰਾ ਅਤੇ ਰਾਣਾ ਗੁਰਜੀਤ ਸਿੰਘ ਦੀ ਸੁਲ੍ਹਾ ਹੋ ਗਈ ਤੇ ਬੀਬੀ ਜਗੀਰ ਕੌਰ ਦਾ ਫਿਰ ਕੀ ਸਾਰੇ ਮਾਮਲੇ 'ਚ ਉਹਨਾਂ ਦਾ ਸਟੈਂਡ ਕੀ ਹੈ? ਵੇਖੋ ਜੀ, ਬੀਬੀ ਜਗੀਰ ਕੌਰ ਇੱਕ ਰਾਣਾ ਗੁਰਜੀਤ ਸਿੰਘ ਦੀ ਬਹੁਤ ਨਜ਼ਦੀਕੀ ਹੈ, ਬਹੁਤ ਜ਼ਿਆਦੀ। ਵੈਸੇ ਵੀ ਪਿਆਰ ਹੈ ਤੇ ਪੈਸੇ ਦਾ ਵੀ ਲੈਣ ਦੇਣਾ। ਫੈਕਟਰੀ ਉਹਨਾਂ ਨੇ ਲਾਈ ਹੈ। ਰਾਣੇ ਗੁਰਜੀਤ ਦੇ ਮੁਕਾਬਲੇ ਜਿਹੜਾ ਬੰਦਾ ਖੜਾ ਕਰਨਾ ਉਹ ਬਿਲਕੁਲ ਕਮਜ਼ੋਰ ਖੜਨਾ ਤੇ ਹਰ ਵਾਰੀ ਬਦਲਣਾ। ਇਹ ਬੀਬੀ ਜੀ ਨੇ ਕੰਮ ਕਰਨਾ ਤੇ ਰਾਣਾ ਜੀ ਨੂੰ ਜਿਤਾਉਣਾ। ਜੇ ਰਾਣਾ ਜੀ ਏਡੇ ਹੀ ਪਪੂਲਰ ਆ ਤੇ ਕਿਤੇ ਹੋਰ ਖੜ ਕੇ ਵੇਖ ਲੈਣ ਕਿ ਇੱਥੇ ਹੀ ਆ ਕਿ ਬੀਬੀ ਇਹਨਾਂ ਨੂੰ ਟਿਕਟ ਜਿਹੜੀ ਹੈ ਐਤਕੀ ਇੱਕ ਵਕੀਲ ਸਾਹਿਬ ਨੂੰ ਦਵਾਤੀ ਹੈ, ਉਹ ਹਾਰ ਗਿਆ। ਤੇ ਜੇ ਉਹ ਪਹਿਲਾਂ ਜਿਹੜਾ ਬੰਦਾ ਸੀ ਉਹ ਖੜਦਾ ਤਾਂ ਪਤਾ ਲੱਗ ਜਾਣਾ ਸੀ ਐਤਕੀ ਕਿੰਨੇ ਕੁ ਇਹ ਭਲੇ ਮਾਨਸ ਨੇ ਤੇ ਕਿੰਨਾ ਕੁ ਹਲਕੇ ਦੇ ਵਿੱਚ ਇਹ ਕੰਮ ਕਰਦੇ ਆ। ਸਾਰਾ ਹਲਕਾ ਜਿਹੜਾ ਰਾਣਾ ਗੁਰਜੀਤ ਸਿੰਘ ਦਾ, ਕਿਸੇ ਜਾ ਕੇ ਤੁਸੀਂ ਸਰਵੇ ਕਰ ਲਓ, ਜੇ ਸਾਰਾ ਬੰਦੇ ਜਿੰਨੇ ਨੇ ਵਰਕਰ ਕਾਂਗਰਸ ਦੇ ਤੇ ਦੂਜੇ ਤਰਾਸ ਕਰ ਰਹੇ ਆ ਤੇ ਕਿਸੇ ਬੰਦੇ ਨੂੰ ਇਹ ਬੰਦਾ ਮਾਫ ਨਹੀਂ ਕਰਦਾ। ਤੇ ਇਹ ਸਾਰੇ ਪੰਜਾਬੀਆਂ ਦੇ ਲਈ, ਭਾਵੇਂ ਉਹ ਪੰਜਾਬ 'ਚ ਬੈਠੇ ਆ ਭਾਵੇਂ ਵਿਦੇਸ਼ਾਂ 'ਚ ਬੈਠੇ ਆ, ਦੇਖੋ ਇਹ ਪੰਜਾਬ ਦੀ ਸਿਆਸਤ ਦਾ ਹਾਲ ਆ। ਇੱਕ ਹਲਕੇ ਦੇ ਉੱਤੇ ਅਜੇ ਚਰਚਾ ਹੋ ਰਹੀ ਆ। ਪੰਜਾਬ ਦਾ ਇੱਕ ਵੱਡਾ ਮਸਲਾ ਚਲੋ ਸ਼ਰਾਬ ਦੇ ਨਾਲ ਮੌਤਾਂ ਹੋਈਆਂ, ਉਹਦੇ ਪਿੱਛੇ ਸਿਆਸੀ ਹੱਥ ਸੀ। ਪੰਜਾਬ ਦੇ ਲੋਕਾਂ ਨੂੰ ਪਹਿਲਾਂ ਵੀ ਪਤਾ ਆ ਕਿ ਜਿਹੜੇ ਸਿਆਸੀ ਲੋਕ ਨੇ ਉਹਨਾਂ ਦੀ ਸ਼ਹਿ ਦੇ ਉੱਤੇ ਇਹੋ ਜਿਹੇ ਸਾਰੇ ਕਾਲੇ ਧੰਦੇ ਆ ਪੰਜਾਬ 'ਚ ਚੱਲ ਰਹੇ ਆ। ਪਰ ਹੁਣ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਜਿਹੜੀਆਂ ਧਿਰਾਂ ਸਾਨੂੰ ਲੋਕਾਂ ਨੂੰ ਆਪਸ 'ਚ ਲੜਾਉਂਦੀਆਂ ਨੇ ਕਿ ਸਾਨੂੰ ਵੋਟ ਪਾਓ, ਉਹ ਅੰਦਰੋਂ ਖਾਤੇ ਕਿਵੇਂ ਇੱਕ ਦੂਜੇ ਦੇ ਨਾਲ ਉਹਨਾਂ ਦੇ ਰਿਸ਼ਤੇ ਹੁੰਦੇ ਨੇ, ਕਿਵੇਂ ਇੱਕ ਦੂਜੇ ਦੇ ਨਾਲ ਉਹ ਮੇਲ ਮਿਲਾਪ ਹੁੰਦੇ ਨੇ। ਤੇ ਇਹ ਗੱਲ ਮੈਂ ਨਹੀਂ ਕਹਿ ਰਿਹਾ, ਇਹ ਹੁਣ ਤੁਸੀਂ ਸੁਣ ਰਹੇ ਹੋ ਕਿ ਜਿਹੜੇ ਆਪ ਸਿਆਸਤ ਦੇ ਵਿੱਚ ਇਹ ਅਸੀਂ ਕਹਿ ਸਕਦੇ ਹਾਂ ਕਿ ਰਣਜੀਤ ਸਿੰਘ ਰਾਣਾ ਨਵੇਂ ਸਿਆਸਤ 'ਚ ਆਏ ਨੇ, ਕੁਝ ਸਾਲ ਹੋਏ ਨੇ ਇਹਨਾਂ ਨੂੰ ਸਿਆਸਤ 'ਚ ਆਇਆ ਨੂੰ, ਤੇ ਇਹ ਜਿਹੜੀਆਂ ਗੱਲਾਂ ਸਾਰੀਆਂ ਲੈ ਕੇ ਆ ਰਹੇ ਆ। ਹੁਣ ਦੇਖਦੇ ਆ ਕਿ ਕਿੰਨੀ ਜਿਹੜੀ ਤੁਹਾਡੀ ਗੱਲ, ਸਾਡੀ ਗੱਲ ਤਾਂ ਸ਼ਾਇਦ ਸਰਕਾਰ ਨਹੀਂ ਸੁਣਦੀ, ਪਰ ਤੁਸੀਂ ਸਰਕਾਰ ਦੇ ਕਿ ਸੱਤਾਧਾਰੀ ਧਿਰ ਦੇ ਅਹਿਮ ਆਗੂ, ਤੇ ਅਸੀਂ ਆਸ ਕਰਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਇਹਨਾਂ ਤੁਹਾਡੇ ਸਾਰੀਆਂ ਚੁੱਕੀਆਂ ਗੱਲਾਂ ਦੇ ਉੱਤੇ ਇਹ ਜ਼ਰੂਰ ਕਾਰਵਾਈ ਕਰਨ ਤੇ ਉਹ ਇੱਕ ਚੰਗੇ ਅਫਸਰ ਨੂੰ ਨਿਯੁਕਤ ਕਰਨ, ਜਾਂ ਫਿਰ ਜਿਵੇਂ ਵਿਰੋਧੀ ਧਿਰਾਂ ਮੰਗ ਕਰ ਰਹੀਆਂ ਨੇ ਕਿ ਜਿਹੜਾ ਹਾਈ ਕੋਰਟ ਦਾ ਕੋਈ ਮੌਜੂਦਾ ਜੱਜ ਆ ਉਸ ਦੀ ਨਿਗਰਾਨੀ ਵਿੱਚ ਇਹ ਜਾਂਚ ਹੋਵੇ। ਕਿਉਂਕਿ ਜੇ ਅੱਜ 100-200 ਬੰਦਾ ਮਰਿਆ ਆ ਤਾਂ ਹੋ ਸਕਦਾ ਹੈ ਕਿ ਜੇ ਇਹ ਵਪਾਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਕਦੇ ਇਹ ਗਿਣਤੀ ਹਜ਼ਾਰਾਂ ਦੇ ਵਿੱਚ ਵੀ ਪਹੁੰਚ ਸਕਦੀ ਆ। ਤੇ ਸਰਕਾਰ ਨੂੰ ਜ਼ਰੂਰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਜਿਹੜੀ ਸਿਆਸਤ ਆ ਇਹ ਕੋਈ ਵਪਾਰ ਨਹੀਂ, ਇਹ ਸਾਰੇ ਸਿਆਸੀ ਲੋਕਾਂ ਨੂੰ ਸਮਝਣਾ ਚਾਹੀਦਾ ਹੈ। ਤੇ ਅਸੀਂ ਆਸ ਕਰਦੇ ਹਾਂ ਕਿ
ਇਸ ਮਸਲੇ ਦੇ ਉੱਤੇ ਸਰਕਾਰ ਇਸ ਮਸਲੇ ਨੂੰ ਗੰਭੀਰਤਾ ਨਾਲ ਲਵੇਗੀ ਤੇ ਅਸੀਂ ਇਹ ਵੀ ਆਸ ਕਰਦੇ ਕਿ ਜਿਵੇਂ ਤੁਸੀਂ ਇਹ ਆਵਾਜ਼ ਚੁੱਕੀ ਆ ਕਿ ਤੁਸੀਂ ਆਪਣੀ ਇਸ ਆਵਾਜ਼ ਤੇ ਕਾਇਮ ਰਹੋਗੇ ਤੇ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਜਿਹੜੇ ਯਤਨ ਆ ਉਹ ਜਾਰੀ ਰੱਖੋਗੇ। ਬਾਕੀ ਤੁਸੀਂ ਜਾਣਦੇ ਹੋ ਆਪਣੀ ਲੋਕਲ ਸਿਆਸਤ ਨੂੰ, ਜਾਂ ਤੁਹਾਡੇ ਉਹ ਜਿਹੜੇ ਆਗੂ ਨੇ, ਵਿਰੋਧੀ ਧਿਰਾਂ ਦੇ ਆਗੂ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਇਲਜ਼ਾਮ ਲਾਏ ਨੇ, ਉਹ ਜਾਣਦੇ ਨੇ। ਅਸੀਂ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ, ਉਹਨਾਂ ਦੇ ਵੀ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ। ਤੇ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਚੈਨਲ ਤੇ ਆਏ ਤੇ ਸਾਰੇ ਮਸਲੇ ਨੂੰ ਲੋਕਾਂ ਦੇ ਸਾਹਮਣੇ ਰੱਖਿਆ, ਲੋਕਾਂ ਦੀ ਕਚਹਿਰੀ ਵਿੱਚ ਰੱਖਿਆ। ਅਸੀਂ ਆਸ ਕਰਦੇ ਹਾਂ ਕਿ ਪੰਜਾਬ ਆਬਾਦ ਰਹੇ। ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।